ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵਾ ਜੀ, ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ, ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ, ਬਿਘਨ ਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਖਾਂ ਵਜੀਰ ਔਰ ਹਰਖ ਧਰ, ਪਹੁੰਚਿਓ ਸਤਿਗੁਰ ਪਾਸ। ਨਮਰ ਹੋਏ ਬੰਧਨ ਕਰੀ, ਜਲ ਦਰਸ਼ਨ ਜਿਸ ਪਾ ਪਿਆਸ। ਖਾਂ ਵਜੀਰ ਔਰ ਹਰਖ ਧਰ, ਪਹੁੰਚਿਓ ਸਤਿਗੁਰ ਪਾਸ। ਨਮਰ ਹੋਏ ਬੰਧਨ ਕਰੀ, ਜਲ ਦਰਸ਼ਨ ਜਿਸ ਪਿਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਦਇਆ ਨਿਧ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜਹੂਰ, ਜਗ ਦਾਤੇ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਨੇਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ
ਪਾਤਸ਼ਾਹ ਦੇ ਖੁੱਲੇ ਦਰਸ਼ਨ ਪਰਸਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਆਪ ਸਰਬੱਤ ਮਾਈ ਭਾਈ ਸੰਗਤਾਂ ਲੜੀਵਾਰ ਰੂਪ ਅੰਦਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਸ਼ਰਵਣ ਕਰਕੇ ਸਮੇਂ ਨੂੰ ਸਫਲ ਬਣਾਉਂਦੇ ਹੋ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੀ ਇਹ ਮਹਾਨ ਕ੍ਰਿਤ, ਜਿਸ ਵਿੱਚ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਹਿਬ ਮਹਾਰਾਜ ਜੀਆਂ ਦੀ ਮਹਾਨ ਮਹਿਮਾ ਵਡਿਆਈ ਬਹੁਤ ਸੁਚੱਜੇ ਢੰਗ ਦੇ ਨਾਲ ਲਿਖਣਾ ਕੀਤੀ, ਔਰ ਆਪਾਂ ਸਾਰਿਆਂ ਨੂੰ ਪੜ੍ਹਨ ਦਾ, ਵਿਚਾਰਨ ਦਾ, ਸੁਣਨ ਦਾ ਸੁਭਾਗ ਉਸ ਮਹਾਨ ਸਿੱਖ ਦੀ ਮਹਾਨ ਕਰਨੀ ਦੇ ਸਦਕਾ ਗੁਰੂ ਦੀ ਯਾਦ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥਾ ਪ੍ਰਸੰਗ ਕੱਲ੍ਹ ਦੀ ਬਾਣ ਵਿੱਚ ਆਪਾਂ ਵਿਚਾਰਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਚਲਾਕੀ ਦੇ ਨਾਲ ਚੰਦੂ ਵੱਲੋਂ ਨਜ਼ਰਬੰਦ ਹੀ ਕਹਿ ਲਓ ਤੇ ਸੱਚੇ ਪਾਤਸ਼ਾਹ ਬੇਪਰਵਾਹ ਗੁਰੂ ਗਰੀਬ ਨਵਾਜ਼ ਜਿਨ੍ਹਾਂ ਨੇ ਉੱਥੇ ਦੀਨ ਦੁਖੀ ਕੈਦ ਕਈ ਸਮੇਂ ਤੋਂ ਕੀਤੇ ਹੋਏ ਰਾਜਿਆਂ ਨੂੰ ਬੜਾ ਸੁੱਖ ਦਿੱਤਾ। ਇੱਧਰ ਬਾਦਸ਼ਾਹ ਨੂੰ ਜਦੋਂ ਗਿਆਨ ਹੋਇਆ ਮਹਾਰਾਜ ਦੀ ਬਾਬਤ, ਕੁਝ ਮਜਬੂਰੀ ਬਣੀ, ਭਾਈ ਜੇਠਾ ਆਦਿਕ ਵਰਗਿਆਂ ਦੇ ਸਤਾਏ ਬਾਦਸ਼ਾਹ ਨੇ ਫਿਰ ਇੱਕ ਆਪਣਾ ਕੋਈ ਅਹਿਲਕਾਰ ਭੇਜਿਆ ਮਹਾਰਾਜ ਦੇ ਪਾਸ ਗਵਾਲੀਅਰ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਇਹਨੇ ਆ ਕੇ ਬਾਦਸ਼ਾਹ ਨੂੰ ਦੱਸਿਆ ਤੇ ਬਾਦਸ਼ਾਹ ਜਹਾਂਗੀਰ ਨੇ ਸਾਧ ਸੰਗਤ ਜੀ ਵਜ਼ੀਰ ਖਾਂ ਨੂੰ ਫਿਰ ਆਪਣੇ ਪਾਸ ਬੁਲਾਇਆ। ਵਜ਼ੀਰ ਖਾਂ ਨੇ ਦੱਸਿਆ ਵੀ ਬੜੀ ਮਹਿਮਾ ਸੋਭਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ। ਬਾਦਸ਼ਾਹ ਤੁਹਾਡੇ ਵੱਡੇ ਵਡੇਰੇ ਇਹਨਾਂ ਦੇ ਚਰਨੀ ਲੱਗ ਕੇ ਉਧਰਦੇ ਰਹੇ ਹੈ। ਇਹ ਉਹ ਘਰ ਹੈ ਜਿਹਨੇ ਤੁਹਾਨੂੰ ਰਾਜ ਬਖਸ਼ਿਸ਼ ਕੀਤਾ। ਬਾਦਸ਼ਾਹ ਆਖੇ ਲੱਗ ਕੇ ਫਿਰ ਵਜ਼ੀਰ ਖਾਂ ਨੂੰ ਕਹਿੰਦਾ ਤੂੰ ਹੀ ਮਹਾਰਾਜ ਦੇ ਪਾਸ ਜਾ, ਕਿਉਂਕਿ ਮਹਾਰਾਜ ਤੇ ਤੂੰ ਸ਼ਰਧਾ ਰੱਖਦਾ ਹੈ, ਗੁਰੂ ਸਾਹਿਬ ਤੇਰੀ ਗੱਲ ਜ਼ਰੂਰ ਮੰਨਣਗੇ, ਉਹਨਾਂ ਨੂੰ ਇੱਥੇ ਲੈ ਕੇ ਆਓ। ਵਜ਼ੀਰ ਖਾਂ ਨੂੰ ਤੋਰ ਦਿੱਤਾ ਬਾਦਸ਼ਾਹ ਨੇ। ਇੰਨੇ ਨੂੰ ਸਾਧ ਸੰਗੀ ਸੂਫੀ ਫਕੀਰ ਮਹਾਨ ਸੰਤ ਮਹਾਂਪੁਰਖ ਬ੍ਰਹਮ ਬੇਤੇ ਸਾਈਂ ਮੀਆਂ ਮੀਰ ਜੀ, ਜਿਨ੍ਹਾਂ ਦਾ ਇਸਲਾਮ ਮਤ ਦੇ ਅੰਦਰ ਬੇਅੰਤ ਰਸੂਖ ਅਤੇ ਸਤਿਕਾਰ ਹੈ, ਇਹ ਸਾਈਂ ਮੀਆਂ ਮੀਰ ਜੀ ਕਿਤੇ ਸੰਸਾਰ ਦੇ ਵਿੱਚ ਵਿਚਰਦੇ ਹੋਏ ਤੇ ਦਿੱਲੀ ਲਾਗੇ ਆਏ ਸਨ। ਜਹਾਂਗੀਰ ਬਾਦਸ਼ਾਹ ਨੂੰ ਪਤਾ ਚੱਲਿਆ, ਇਹ ਉਹਨਾਂ ਦੇ ਦਰਸ਼ਨ ਵਾਸਤੇ ਪਹੁੰਚਿਆ। ਗੋਸ਼ਟੀ ਹੋਈ ਆਪਸ ਵਿੱਚ। ਫਿਰ ਇਹਨੇ ਜਹਾਂਗੀਰ ਨੇ ਸਵਾਲ ਕੀਤਾ ਸੀ ਬਾਦਸ਼ਾਹ ਨੇ, ਸਾਈਂ ਮੀਆਂ ਮੀਰ ਜੀ ਸੰਤ ਕੌਣ ਹੁੰਦਾ ਹੈ, ਉਹਦੇ ਲੱਛਣ ਕੀ ਹੈ, ਕਿਰਪਾ ਕਰੋ ਦੱਸੋ। ਤੋ ਸਾਈਂ ਜੀਆਂ ਫਿਰ ਦੱਸਿਆ ਸੀ ਵੀ ਜਿਨ੍ਹਾਂ ਦੇ ਮਨ ਦੀ ਵਾਸ਼ਨਾ ਜਿਹੜੀ ਉਹਦਾ ਅੰਤ ਹੋ ਜਾਵੇ, ਜਿਨ੍ਹਾਂ ਮਨ ਸਾਧਿਆ ਹੈ, ਜਿਨ੍ਹਾਂ ਦੇ ਇੰਦਰੇ ਤੇ ਮਨ ਵਿਸ਼ੇ ਭੋਗਣੋਂ ਕਮਜ਼ੋਰ ਪੈ ਗਏ, ਪਰਤਰੇ ਰੂਪ ਨਾ ਪੇਖੈ ਨੇਤਰ, ਇਸ ਤਰ੍ਹਾਂ ਦੀ ਸਾਧ ਸੰਗਤ ਦੀ ਜਿਹੜੀ ਪੰਕਤੀਆਂ ਦੁਆਰਾ ਮਹਾਰਾਜ ਨੇ ਇੱਕ ਮੂਰਤ ਬਣਾਈ ਹੈ। ਸਾਧੂ ਕੈਸਾ ਹੁੰਦਾ ਹੈ, ਸੰਤ ਕੈਸਾ ਹੁੰਦਾ ਹੈ, ਦੁੱਖ ਸੁੱਖ ਵਿੱਚ ਨਿਰਲੇਪ ਰਵੇ, ਹੋਰ ਬੇਅੰਤ ਗੁਣ ਜਿਹੜੇ ਹੈ ਜਹਾਂਗੀਰ ਨੂੰ ਇਸ ਸਾਈਂ ਮੀਆਂ ਮੀਰ ਫਕੀਰ ਨੇ ਗਣਾਏ ਹੈ। ਸਹਿਜਾ ਬ੍ਰਿਤ ਵਾਲੇ ਅੰਤਰਮੁਖੀ ਬਿਰਤੀ ਕਰਕੇ ਰੱਖਣ, ਬਾਹਰਲੀ ਬਿਰਤੀ ਨੂੰ ਰੋਕ ਲੈਂਦੇ ਹੈ ਅਤੇ ਸਦਾ ਪਰਮੇਸ਼ਰ ਆਤਮਾ ਬ੍ਰਹਮਾ ਆਨੰਦ ਦੇ ਰਾਸ ਨੂੰ ਪੀਂਦੇ ਹੈ। ਇਹਨਾਂ ਐਸੇ ਮਹਾਂਪੁਰਖ ਪਰਮੇਸ਼ਰ ਦਾ ਰੂਪ ਬਣ ਜਾਂਦੇ ਔਰ ਸਮਾਂ ਪਾ ਕੇ ਬੇਅੰਤ ਕਰਾਮਾਤਾਂ ਹੀ ਜਹਾਂਗੀਰ ਇਹੋ ਜਿਹੇ ਸਾਧੂਆਂ ਵਿੱਚ ਸੁਤੇ ਹੀ ਪ੍ਰਵੇਸ਼ ਕਰਨ ਲੱਗ ਪੈਂਦੀਆਂ ਹਨ।
ਪਰ ਉਹ ਵਰਤਦੇ ਕਿੱਥੇ ਹੈ, ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਮਨ ਦੇ ਫੁਰਨੇ ਮਰ ਗਏ ਹੁੰਦੇ ਹੈ। ਮਨ ਵਿੱਚ ਕੋਈ ਫੁਰਨਾ ਆਵੇ ਫਿਰ ਇਹ ਕਰਾਮਾਤਾਂ ਦੀ ਲੋੜ ਪੈਂਦੀ ਹੈ। ਤੋ ਜਦੋਂ ਮਨ ਵਿੱਚ ਕੋਈ ਫੁਰਨਾ ਹੀ ਨਹੀਂ ਆਉਣਾ, ਮਰ ਗਏ ਫੁਰਨੇ ਸਾਰੇ, ਫਿਰ ਕਰਾਮਾਤ ਕਿੱਥੇ ਵਿਖਾਉਣੀ ਹੈ। ਇਸ ਤਰ੍ਹਾਂ ਬੜੇ ਹੋਰ ਵੀ ਗੁਣ ਦੱਸੇ। ਬਾਦਸ਼ਾਹ ਕਹਿੰਦਾ ਜੀ ਤਾਂ ਕਠਨ ਇਹੋ ਜਿਹਾ ਸਾਧੂ ਹੈ ਨਹੀਂ ਕੋਈ ਸੰਸਾਰ ਵਿੱਚ। ਸਾਈਂ ਜੀ ਤੁਸੀਂ ਵੇਖਿਆ ਕਦੇ ਇਹੋ ਜਿਹਾ ਸਾਧੂ ਸੰਤ, ਇਹੋ ਜਿਹੀ ਸ਼ਾਂਤ ਆਤਮਾ, ਕੋਈ ਪੀਰ ਫਕੀਰ ਐਸਾ ਹੈ ਸੰਸਾਰ ਅੰਦਰ? ਤੋ ਫਿਰ ਸਾਈਂ ਮੀਆਂ ਮੀਰ ਜੀ ਕਹਿੰਦੇ ਹਾਂ ਬਾਦਸ਼ਾਹ ਹੈ। ਮੈਂ ਵੇਖਿਆ ਲਾਹੌਰ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਵੇਖੋ ਸਾਰੀ ਕਰਾਮਾਤ ਪਾਸ ਹੋਣ ਦੇ ਬਾਵਜੂਦ ਵੀ ਇਹਨਾਂ ਇੱਕ ਵਾਰ ਵੀ ਕੋਈ ਸ਼ਕਤੀ ਕਰਾਮਾਤ ਨਹੀਂ ਵਿਖਾਈ ਅਤੇ ਸਿੱਖਾਂ ਨੂੰ ਵੀ ਵਰਜ ਦਿੱਤਾ ਸੀ। ਔਰ ਵੇਖੋ ਬਾਦਸ਼ਾਹ ਸਾਰੇ ਤਸੀਹੇ ਆਪਦੇ ਉੱਪਰ ਸਹਿ ਲਏ ਜਿਵੇਂ ਸਾਡੇ ਪਾਸ ਕੁਝ ਵੀ ਨਹੀਂ ਹੁੰਦਾ। ਅਤੇ ਅਸੀਂ ਬੜੀ ਮਦਦ ਕਰਨ ਨੂੰ ਚਾਹਿਆ ਵੀ ਮਹਾਰਾਜ ਸਾਨੂੰ ਹੁਕਮ ਕਰੋ, ਅਸੀਂ ਸਭ ਤਹਿਸ ਨਹਿਸ ਕਰ ਦਈਏ, ਇਹ ਹਕੂਮਤ ਦੀਆਂ ਜੜ੍ਹਾਂ ਪੁੱਟ ਦਈਏ। ਸਾਰੇ ਫਕੀਰਾਂ ਨੇ ਬੜੀ ਮਿੰਨਤ ਕੀਤੀ, ਪਰ ਮਹਾਰਾਜ ਨੇ ਆਖਿਆ ਸਾਡਾ ਖੇਲ ਹੈ, ਕੌਤਕ ਵਿੱਚ ਕੋਈ ਦੂਜਾ ਨਾ ਆਵੇ। ਬਾਦਸ਼ਾਹ ਅਸੀਂ ਇੱਥੋਂ ਤੀਕਰ ਕੇ ਵੱਡੇ ਵੱਡੇ ਇਹ ਸਿੱਧ ਜੋਗੀ, ਨੌਨਾਥ ਜਤੀ 6 ਅਤੇ 84 ਸਿੱਧ, 33 ਕਰੋੜ ਦੇਵੀ ਦੇਵਤੇ, ਸੰਸਾਰ ਦੇ ਸਾਰੇ ਸੰਤ ਮਹਾਂਪੁਰਖਾਂ ਨੇ, ਕਰਾਮਾਤ ਵਾਲਿਆਂ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਬੜੇ ਬੇਨਤੀ ਕੀਤੇ ਸਨਗੇ, ਪਰ ਮਹਾਰਾਜ ਨੇ ਇਹਨੂੰ ਆਪਦਾ ਹੀ ਕੌਤਕ ਦੱਸ ਕੇ ਅਤੇ ਸਾਰਿਆਂ ਨੂੰ ਵਰਜ ਦਿੱਤਾ ਸੀ। ਤੋ ਇਹੋ ਜਿਹੇ ਸ਼ਾਂਤ ਸਰੂਪ ਸਨ ਗੁਰੂ ਅਰਜਨ ਦੇਵ ਸਾਹਿਬ ਜੀ, ਜਿਨ੍ਹਾਂ ਨੂੰ ਤੂੰ ਸ਼ਹੀਦ ਕੀਤਾ ਅਤੇ ਚੰਦੂ ਤੋਂ ਕਰਵਾਇਆ। ਸੁਣ ਕੇ ਇਸ ਬੇਪਰਵਾਹ ਸਾਧੂ ਦਾ ਬਚਨ ਐਨ ਅੰਦਰ ਤੱਕ ਜਹਾਂਗੀਰ ਝੰਜੋੜਿਆ ਗਿਆ, ਕੰਬਣੀ ਛਿੜਦੀ ਹੈ ਵੀ ਮੈਂ ਇਹ ਕੀ ਕਰ ਬੈਠਾ। ਫਿਰ ਉਹ ਸੂਫੀ ਮੀਆਂ ਮੀਰ ਜੀ ਨੇ ਵੀ ਸੁਣਾ ਦਿੱਤਾ ਵੀ ਤੂੰ ਸਾਰੇ ਸੰਤ ਫਕੀਰ ਇਕੱਠੇ ਕਰ ਲੈ ਜਹਾਂਗੀਰ, ਉਹਨਾਂ ਨੂੰ ਇਹ ਪੁੱਛ ਜਿਹੜੇ ਪੂਰੇ ਫਕੀਰ ਹੋਣ ਵੀ ਜਦੋਂ ਉਹ ਧਿਆਨ ਲਾਉਂਦੇ ਆ ਸਮਾਧੀ ਵਿੱਚ ਅਤੇ ਸੁਰਤ ਆਪਦੀ ਨੂੰ ਸੱਚਖੰਡ ਲੈ ਕੇ ਜਾਂਦੇ ਹੈ, ਅੱਲਾ ਦੇ ਦਰਸ਼ਨ ਕਰਦੇ ਆ ਸੁਰਤੀ ਦੁਆਰਾ, ਅਤੇ ਉਹ ਸੱਚਖੰਡ ਦੇ ਵਿੱਚੋਂ ਕੌਣ ਨਿਕਲਦਾ ਉਹਨਾਂ ਨੂੰ ਦਰਸ਼ਨ ਦਿੰਦਾ? ਪੁੱਛ ਖਾਂ ਉਹਨਾਂ ਨੂੰ ਕੌਣ ਹੈ ਉਹ? ਕਹਿੰਦਾ ਜੀ ਮਹਾਰਾਜ ਕੌਣ ਹੈ ਤੁਸੀਂ ਦੱਸੋ? ਕਹਿੰਦੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਹੀ ਆਉਂਦੇ ਹੈ। ਗੁਰੂ ਨਾਨਕ ਪਾਤਸ਼ਾਹ ਦਾ ਤਖਤ ਅੱਲਾ ਦਾ ਤਖਤ ਹੈ। ਇਸ ਤਖਤ 'ਤੇ ਜਿਹੜਾ ਬਹਿੰਦਾ ਉਸੇ ਦੇ ਦਰਸ਼ਨ ਸਾਨੂੰ ਸੁਰਤੀ ਦੁਆਰਾ ਸੱਚਖੰਡ ਹੁੰਦੇ ਹੈ। ਹੁਣ ਸਾਨੂੰ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਹੁੰਦੇ ਜਦੋਂ ਦੇ ਮਹਾਰਾਜ ਸ਼ਹੀਦ ਹੋਏ ਆ ਅਤੇ ਇਹ ਗੁਰਤਾ 'ਤੇ ਬੈਠੇ ਆ। ਤੋ ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ, ਗੱਲ ਨਾ ਆਈ, ਚਿਹਰਾ ਪੀਲਾ ਪੈ ਗਿਆ, ਸ਼ਰਮਿੰਦਾ ਹੁੰਦਾ ਅਤੇ ਘਰ ਚਲਾ ਗਿਆ ਆਪਣੇ ਮਹਿਲ ਵਿੱਚ, ਅਤੇ ਸੋਚਦਾ, ਮੱਥੇ ਹੱਥ ਮਾਰਦਾ, ਪਛਤਾਉਂਦਾ ਵੀ ਚੰਦੂ ਨੇ ਮਹਾਰਾਜ ਦੇ ਖਿਲਾਫ ਬੇਅੰਤ ਕੂੜ ਮੇਰੇ ਕੰਨੀ ਭਰ ਭਰ ਕੇ ਕਿੱਡਾ ਵੱਡਾ ਪਾਪ ਕਰਵਾਇਆ। ਸਾਰੇ ਸੰਤ ਮਹਾਂਪੁਰਖ ਸੂਫੀ ਪੀਰ ਫਕੀਰ ਮੈਨੂੰ ਦੋਸ਼ੀ ਗਿਣਦੇ ਹੈ। ਮੈਂ ਸੰਸਾਰ 'ਤੇ ਆ ਕੇ ਬੜਾ ਵੱਡਾ ਬਾਦਸ਼ਾਹ ਹੁੰਦਿਆਂ ਹੋਇਆਂ ਕਲੰਕ ਖੱਟ ਲਿਆ ਹੈ। ਮੁੱਦਤਾਂ ਤੱਕ ਮੈਨੂੰ ਇਹ ਨਿੰਦਾ ਸਹਿਣੀ ਪਵੇਗੀ। ਫਿਰ ਸੋਚਦਾ ਵੀ ਇਹ ਕਲੰਕ ਕਿਵੇਂ ਲਾਹਿਆ ਜਾਵੇ। ਕਿਉਂ ਨਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਾਸ ਬੁਲਾ ਕੇ ਅਤੇ ਸਾਰਾ ਭਾਂਡਾ ਚੰਦੂ ਦੇ ਸਿਰ ਭੰਨ ਦਿਆਂ, ਕਿਉਂਕਿ ਚੰਦੂ ਵੀ ਵੱਡਾ ਦੋਸ਼ੀ ਹੈ। ਮਹਾਰਾਜ ਨੂੰ ਚੰਦੂ ਦੇ ਦੇਵਾਂ, ਜੋ ਚਾਹੁਣ ਕਰ ਲੈਣ, ਆਪ ਉਹਨਾਂ ਦੇ ਚਰਨੀ ਡਿੱਗ ਕੇ ਅਤੇ ਮਾਫੀ ਮੰਗ ਲਵਾਂ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਬਖਸ਼ ਦਿੱਤਾ ਅਤੇ ਫਿਰ ਮੇਰਾ ਮੱਥੇ ਦਾ ਲੱਗਾ ਕਲੰਕ ਲਹਿ ਜਾਵੇਗਾ, ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਮੈਂ ਸੌਖਾ ਹੋਵਾਂਗਾ। ਇਹ ਵਿਚਾਰ ਜੀ ਕਰਕੇ ਸਾਧ ਸੰਗਤ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਡੀਕਣ ਲੱਗਿਆ ਸੀ। ਇਹ ਬਾਦਸ਼ਾਹ ਜਹਾਂਗੀਰ ਜਿਵੇਂ ਇੱਧਰੋਂ ਵਜ਼ੀਰ ਖਾਂ ਭੇਜਿਆ ਹੋਇਆ ਮਹਾਰਾਜ ਦੇ ਪਾਸ ਪਹੁੰਚਿਆ, ਉਹ ਜਿਵੇਂ ਮਹਾਰਾਜ ਨਾਲ ਬਚਨ ਬਿਲਾਸ ਹੋਏ, ਜਹਾਂਗੀਰ ਦਾ ਸੱਦਾ ਦਿੱਤਾ, ਪਾਤਸ਼ਾਹ ਨੇ ਜੋ ਜਵਾਬ ਦਿੱਤਾ ਉਹ ਪ੍ਰਸੰਗ ਅੱਜ ਆਵੇਗਾ। ਚਿੱਤ ਬਿਰਤੀ ਨੂੰ ਇਕਾਗਰ ਕਰੋ ਜੀ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਿਰਦੇ ਵਸਾਓ। ਸਭ ਸੰਗਤ ਰਸਨਾ ਕਰੋ ਪਵਿੱਤਰ। ਆਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਖਾਂ ਵਜੀਰ ਔਰ ਹਰਖ ਧਾਰ। ਤੋ ਕਵੀ ਜੀ ਅੱਗੇ ਪ੍ਰਸੰਗ ਤੋਰਦੇ ਲਿਖਦੇ ਆ ਵੀ ਬਾਦਸ਼ਾਹ ਜਹਾਂਗੀਰ ਨੇ ਭੇਜਿਆ ਵਜ਼ੀਰ ਖਾਨ ਨਾਵੇਂ ਆਪਦੇ ਵਜ਼ੀਰ ਨੂੰ। ਇਹ ਵਜ਼ੀਰ ਖਾਂ ਹਿਰਦੇ ਵਿੱਚ ਬੜਾ ਖੁਸ਼ੀ ਤੁਰਿਆ ਹੈ ਪਹੁੰਚਿਓ ਸਤਿਗੁਰ ਪਾਸ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਗਵਾਲੀਅਰ ਦੇ ਕਿਲੇ ਪਹੁੰਚਿਆ ਹੈ। ਨਮਰ ਹੋਏ ਬੰਧਨ ਕਰੀ। ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਸੱਚੇ ਪਾਤਸ਼ਾਹ ਨੂੰ ਵਜ਼ੀਰ ਖਾਨ ਨੇ ਨਮਸਕਾਰ ਕੀਤੀ ਹੈ। ਜਲ ਦਰਸ਼ਨ ਜਿਸ ਪਿਆਸ। ਜਿਸ ਵਜ਼ੀਰ ਖਾਨ ਦੇ ਹਿਰਦੇ ਵਿੱਚ ਮਹਾਰਾਜ ਦੇ ਦਰਸ਼ਨਾਂ ਦੀ ਇਉਂ ਖਿੱਚ ਹੈ ਜਿਵੇਂ ਕਿਸੇ ਪਿਆਸੇ ਨੂੰ ਜਲ ਦੀ ਖਿੱਚ ਹੁੰਦੀ ਹੈ। ਜਿਵੇਂ ਪਿਆਸਾ ਜਲ ਦਾ ਖਿੱਚ ਕਰਦਾ, ਜਲ ਦੀ ਤਵਾਂ ਕਰਦਾ, ਤਾਂਘ ਰੱਖਦਾ ਹੈ। ਵਜ਼ੀਰ ਖਾਨ ਮਹਾਰਾਜ ਦੇ ਦਰਸ਼ਨਾਂ ਦੀ ਬੜੀ ਪਿਆਸ ਤਾਂਘ ਰੱਖਣ ਵਾਲਾ ਹੈ। ਚਾਪਈ ਏਕ ਸ਼੍ਰੀ ਹਰਗੋਬਿੰਦ ਉਚਾਰੇ। ਇਧਰ ਸਾਧ ਸੰਗਤ ਜੀ ਵਜ਼ੀਰ ਖਾਨ ਨੇ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ ਰਜ ਰਜ ਕੇ। ਫਿਰ ਹਜ਼ੂਰ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗਿਆ ਹੈ, ਆਓ ਵਜ਼ੀਰ ਖਾਨ ਗੁਰ ਪਿਆਰੇ। ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਆਓ ਵਜ਼ੀਰ ਖਾਂ ਆਓ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਿਆਰੇ ਵਜ਼ੀਰ ਖਾਂ ਆਉਣਾ ਕਰੋ ਜੀ। ਸਹਿਤ ਕੁਟੰਬ ਕੁਸ਼ਲ ਹੈ ਤੇਰੇ। ਫਿਰ ਹਜ਼ੂਰ ਪੁੱਛਦੇ ਆ, ਵਜ਼ੀਰ ਖਾਂ ਪਰਿਵਾਰ ਤੇਰੇ ਵਿੱਚ ਸੁੱਖ ਸਾਂਦ ਹੈ ਭਾਈ ਸਾਰੇ? ਪਰਿਵਾਰ ਸਮੇਤ ਹੋਰ ਆਪਣੀ ਨੌਕਰੀ ਦੀ, ਕਾਰੋਬਾਰ ਦੀ ਗੱਲ ਸੁਣਾ ਕਿ ਸਾਰੇ ਸੁੱਖ ਸਾਂਦ ਹੈ, ਸਾਰੇ ਖੁਸ਼ੀ ਬਾਜੀ ਹਨ। ਕਹੋ ਸ਼ਾਹੋ ਕੀ ਸੁਧ ਜਿਮ ਹੇਰੇ। ਤੇ ਤੂੰ ਰਹਿਣਾ ਦਿੱਲੀ ਬਾਦਸ਼ਾਹ ਦੇ ਪਾਸ ਤੇ ਸੁਣਿਆ ਬਾਦਸ਼ਾਹ ਬਿਮਾਰ ਰਹਿੰਦਾ ਹੈ। ਬਾਦਸ਼ਾਹ ਜਹਾਂਗੀਰ ਦਾ ਕੀ ਹਾਲ ਹੈ ਤੂੰ ਵੇਖਦਾ ਹੈ, ਉਹਦੀ ਵੀ ਖਬਰ ਸੁਣਾ। ਕਿਰਪਾ ਭਰੇ ਸੁਣ ਸੁੰਦਰ ਬੈਨ। ਬੜੇ ਕਿਰਪਾ ਦੇ ਭਰੇ ਸੁੰਦਰ ਮਿੱਠੇ ਮਹਾਰਾਜ ਦੇ ਬਚਨ ਸੁਣੇ। ਵਜ਼ੀਰ ਖਾਨ ਨੇ ਵੀ ਮੈਨੂੰ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਦਾ ਪਿਆਰਾ ਆਖਿਆ ਹੈ, ਬੜਾ ਪ੍ਰਸੰਨ ਹੋਇਆ ਹੈ। ਹੋਏ ਵਜ਼ੀਰ ਖਾਂ ਕੇ ਤਰ ਨੈਣ। ਤੇ ਵਜ਼ੀਰ ਖਾਨ ਦੇ ਨੇਤਰ ਨੀਵੇਂ ਪੈ ਗਏ ਹੈ ਵੀ ਮੈਂ ਮਹਾਰਾਜ ਵਾਸਤੇ ਕੁਝ ਵੀ ਨਹੀਂ ਕਰ ਸਕਿਆ। ਮਹਾਰਾਜ ਕਿੰਨੇ ਸਮੇਂ ਤੋਂ ਇੱਥੇ ਕਿਲੇ ਵਿੱਚ ਹਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਕਿੰਨਾ ਪ੍ਰੇਮ ਕਰਦੇ ਹੈ। ਪਾਤਸ਼ਾਹ ਮਹਾਰਾਜ ਜੀ ਮੈਨੂੰ ਪਿਆਰਾ ਆਖਦੇ ਆ ਆਪਣਾ, ਗੁਰੂ ਨਾਨਕ ਸਾਹਿਬ ਦੇ ਘਰ ਦਾ ਪਿਆਰਾ ਜਾਣਦੇ ਆ, ਮੈਂ ਕੁਝ ਨਹੀਂ ਕਰ ਸਕਿਆ। ਸ਼ਰਮ ਜੀ ਮਨਾਉਂਦਾ ਨੇਤਰ ਨੀਵੇਂ ਕਰ ਲਏ ਹਨ। ਹਾਥ ਜੋੜ ਕਹਿ ਮਿਹਰ ਤੁਮਾਰੀ। ਤੇ ਹੱਥ ਜੋੜ ਕੇ ਸਿਰ ਨੀਵਾਂ ਜਿਹਾ ਕਰਕੇ ਵਜ਼ੀਰ ਖਾਂ ਸ਼ਰਮਾਉਂਦਾ ਕਹਿੰਦਾ, ਮਹਾਰਾਜ ਹਾਂਜੀ ਸਭ ਪਰਿਵਾਰ ਵੀ ਸੁੱਖ ਸਾਂਦ ਹੈ, ਸਭ ਤੁਹਾਡੀ ਮਿਹਰ ਹੋ ਰਹੀ ਹੈ। ਜੁਗਤ ਕੁਟੰਬ ਕੁਸ਼ਲ ਬਿਦ ਸਾਰੀ। ਮਹਾਰਾਜ ਪਰਿਵਾਰ ਦੇ ਸਹਿਤ ਸਾਰੀ ਰਾਜੀ ਖੁਸ਼ੀ ਹੈ ਪਾਤਸ਼ਾਹ ਜੀ, ਸਭ ਖੈਰ ਖੁਸ਼ੀਆਂ ਤੁਹਾਡੀਆਂ ਦਿੱਤੀਆਂ ਮਾਣਦੇ ਹਾਂ। ਮੈਂ ਰਾਵਰ ਤੇ ਕਰਿਆ ਲਾਜਾ। ਤੇ ਮਹਾਰਾਜ ਸੱਚ ਪੁੱਛੋ ਤਾਂ ਮੈਨੂੰ ਤੁਹਾਡੇ ਤੋਂ ਬੜੀ ਲਾਜ ਆਉਂਦੀ ਹੈ, ਤੁਹਾਡੇ ਸਾਹਮਣੇ ਆਉਣ ਤੋਂ ਵੀ ਮਹਾਰਾਜ ਹੁਣ ਮੈਨੂੰ ਸ਼ਰਮ ਆਉਂਦੀ ਹੈ। ਸਰਿਓ ਨਾ ਕੈਸੇ ਕੋ ਸੁਭ ਕਾਜਾ। ਵੀ ਮੇਥੋਂ ਮਹਾਰਾਜ ਇਹ ਕੰਮ ਨਹੀਂ ਸਰਿਆ ਵੀ ਮੈਂ ਤੁਹਾਨੂੰ ਕਿਲੇ ਚੋਂ ਕਢਵਾ ਸਕਾਂ ਪਾਤਸ਼ਾਹ। 40 ਦਿਨ ਤੋਂ ਉੱਪਰ ਦਾ ਸਮਾਂ ਹੋ ਗਿਆ, ਚੰਦੂ ਨੇ ਕਿਵੇਂ ਕੀ ਕੁਝ ਕੀਤਾ ਤੇ ਤੁਹਾਨੂੰ ਇੱਥੇ ਛਲ ਦੇ ਨਾਲ ਕਿਲੇ ਭੇਜ ਦਿੱਤਾ ਬਾਦਸ਼ਾਹ ਨੂੰ ਕੰਨ ਭਰ ਕੇ। ਤੇ ਮਹਾਰਾਜ ਮੈਂ ਵੇਂਦਾ ਰਿਹਾ ਖੜਾ, ਮੈਨੂੰ ਸ਼ਰਮ ਆਉਂਦੀ ਤੁਹਾਡੇ ਮੱਥੇ ਲੱਗਣ ਲੱਗਿਆਂ। ਤੁਹਾਡਾ ਸਿੱਖ ਹੁੰਦਿਆਂ ਹੋਇਆਂ ਮੈਂ ਤੁਹਾਡਾ ਸਹਾਇਤਾ ਨਹੀਂ ਕਰ ਸਕਿਆ, ਜਾਂ ਮੈਂ ਕੋਈ ਵੀ ਸਿੱਖ ਹੋਣ ਦਾ ਫਰਜ਼ ਨਹੀਂ ਨਿਭਾ ਸਕਿਆ ਹਾਂ। ਤਉ ਆਪ ਸਭ ਘਟ ਕੇ ਮਾਲਕ। ਪਰ ਤੁਹਾਥੋਂ ਕੀ ਲੁਕਿਆ ਹੈ ਪਾਤਸ਼ਾਹ ਜੀ, ਤੁਸੀਂ ਸਾਰਿਆਂ ਦੇ ਮਨਾਂ ਦੀਆਂ ਜਾਣਨ ਵਾਲੇ ਹੋ। ਹਿਤ ਅਨਹਿਤ ਲਖ ਲਿਹੋ ਤਤਕਾਲਕ। ਕੀ ਭਲਾ ਕੀ ਹੈ ਸਾਡਾ ਜਾਂ ਤੁਹਾਡਾ, ਜਾਂ ਸੰਸਾਰ ਦਾ ਭਲਾ ਕਿਹਦੇ 'ਚ ਹੈ ਤੇ ਅਨਹਿਤ ਕਹੀਏ ਨੁਕਸਾਨ ਕਿਹਦੇ 'ਚ ਹੈ? ਤੁਸੀਂ ਤਾਂ ਪ੍ਰਾਣੀ ਦਾ ਮੁੱਖ ਵੇਖ ਕੇ ਸਭ ਦੇ ਦਿਲਾਂ ਦੀਆਂ ਜਾਣ ਲੈਂਦੇ ਹੋ। ਵਰਤੈ ਸਰਬ ਆਪ ਕੀ ਮਰਜੀ। ਤੇ ਜੋ ਕੁਝ ਹੋ ਰਿਹਾ ਸਭ ਤੁਹਾਡੀ ਮਰਜ਼ੀ ਨਾਲ ਹੀ ਵਰਤ ਰਹੇ ਆ। ਜੇ ਤੁਸੀਂ ਕਿਲੇ 'ਚ ਕੈਦ ਹੋ ਪਾਤਸ਼ਾਹ ਤੇ ਸਭ ਕੁਝ ਤੁਹਾਡੀ ਮਰਜ਼ੀ ਨਾਲ ਹੀ ਹੋ ਰਿਹਾ ਹੈ। ਦਾਸ ਧਰਮ ਕ੍ਰਿਤ ਠਾਨਤ ਅਰਜੀ। ਪਰ ਮਹਾਰਾਜ ਤਾਂ ਵੀ ਮੈਂ ਤੁਹਾਡਾ ਦਾਸ ਆ ਨਾ, ਤੇ ਮੇਰਾ ਧਰਮ ਬਣਦਾ ਮੈਂ ਧਰਮ ਦੀ ਕਿਰਤੇ ਕਰਾਂ, ਵੀ ਮੈਂ ਤੁਹਾਡੀ ਜਿਵੇਂ ਵੀ ਹੋ ਸਕਦਾ ਸੇਵਾ ਕਰਨਾ ਮੇਰਾ ਫਰਜ਼ ਬਣਦਾ ਹੈ, ਚਾਹੇ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਹੁੰਦਾ। ਤੇ ਸਤਿਗੁਰੂ ਜੀ
ਫਿਰ ਵੀ ਮੈਂ ਤੁਹਾਡੇ ਹੱਥ ਜੋੜ ਕੇ ਚਰਨੀ ਤੇ ਬੇਨਤੀ ਕਰਦਾ ਹਾਂ। ਚੰਦ ਸੰਘਾਰਨ ਬਿਨਾ ਨ ਆਛੇ। ਮਹਾਰਾਜ ਸੱਚ ਪੁੱਛੋ ਤੇ ਚੰਦੂ ਨੂੰ ਮਾਰੇ ਬਿਨਾ ਹੁਣ ਕਿਸੇ ਤਰ੍ਹਾਂ ਵੀ ਚੰਗੀ ਖਬਰ ਨਹੀਂ ਮਿਲਦੀ ਕਿਸੇ ਪਾਸਿਓਂ ਵੀ। ਚੰਦੂ ਨੂੰ ਮਾਰੇ ਤੋਂ ਬਿਨਾ ਪਾਤਸ਼ਾਹ ਜੀ ਕਿਸੇ ਦਾ ਭਲਾ ਨਹੀਂ ਹੋ ਸਕਦਾ ਹੈ। ਚਾਰੀ ਕਰਤ ਸ਼ਾਹੋ ਡਿਗ ਗਾਛੇ। ਉਹ ਤਾਂ ਜਦੋਂ ਵੇਖੋ ਤੇ ਬਾਦਸ਼ਾਹ ਜਹਾਂਗੀਰ ਦੇ ਪਾਸ ਜਾ ਜਾ ਕੇ ਚੁਗਲੀਆਂ ਕਰਦਾ ਰਹਿੰਦਾ ਹੈ। ਸਦਾ ਤੁਹਾਡੀ ਨਿੰਦਾ ਕਰਦਾ, ਕੰਨ ਭਰਦਾ ਹੈ। ਗੁਰ ਦਰੋਹੀ ਦੀਰਘ ਉਹ ਅਪਰਾਧੀ। ਬੜਾ ਵੱਡਾ ਅਪਰਾਧੀ ਹੈ ਮਹਾਰਾਜ, ਤੇ ਗੁਰੂ ਘਰ ਦਾ ਦਰੋਹੀ ਹੈ। ਭਾਵ ਧੋਖੇ ਦੇ ਨਾਲ ਇਹ ਸਾਰੇ ਕੌਤਕ ਕਰਨ ਵਾਲਾ ਪਾਪੀ ਹੈ ਚੰਦੂ। ਤੇ ਇੱਥੋਂ ਤੀਕਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਵੀ ਇੱਕ ਖਾਸ ਪਾਪੀ ਹੈ। ਬ੍ਰਿੰਦ ਪ੍ਰਪੰਚ ਰਚਹਿ ਜਨ ਵਿਆਧੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨੇ ਪਰਪੰਚ, ਉੱਚੀ ਬੋਲਣਾ ਨਾ ਮਾੜਾ ਜਿਹਾ, ਤੋ ਜਿੰਨੇ ਪਰਪੰਚ ਹੈ ਸਾਰਾ ਅਡੰਬਰ ਜਿੰਨਾ ਪਖੰਡ ਰਚਿਆ ਹੋਇਆ ਨਾ ਤੁਸੀਂ ਕਿਲੇ 'ਚੋਂ ਜਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਤੋਂ ਲੈ ਕੇ ਸਾਰੇ ਦਾ ਸਾਰਾ ਜੋ ਕੁਝ ਕੀਤਾ ਹੋਇਆ ਚੰਦੂ ਦਾ ਕੀਤਾ। ਸੱਚ ਪੁੱਛੋ ਮਹਾਰਾਜ ਇਹ ਤਾਂ ਗੁਰੂ ਘਰ ਨੂੰ ਬੜਾ ਭੈੜਾ ਰੋਗ ਲੱਗਿਆ ਹੋਇਆ ਹੈ। ਛਿਮਾ ਆਪ ਕੋ ਕਯੋ ਬਨ ਆਵੈ। ਮਹਾਰਾਜ ਤੁਹਾਨੂੰ ਪਤਾ ਨਹੀਂ ਕਿਉਂ ਛਿਮਾ ਬਣ ਆਉਂਦੀ ਪਾਤਸ਼ਾਹ ਜੀ। ਤੁਸੀਂ ਕਿਉਂ ਅਜੇ ਤੱਕ ਚੰਦੂ ਦਾ ਕੁਝ ਨਹੀਂ ਵਿਗਾੜਿਆ? ਕਿਉਂ ਚੰਦੂ ਨੂੰ ਅਜੇ ਤੱਕ ਬਖਸ਼ ਰਹੇ ਹੋ? ਜਬ ਲਾ ਦੁਸ਼ਟ ਦ੍ਰਿਸ਼ਟ ਦਰਸਾਵੈ। ਮਹਾਰਾਜ ਜਦੋਂ ਤੱਕ ਤੁਸੀਂ ਦੁਸ਼ਟ ਦ੍ਰਿਸ਼ਟ ਦਰਸਾਵੈ, ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਚੰਦੂ ਪਾਪੀ ਤੁਹਾਨੂੰ ਦਿਸਦਾ ਰਹਿੰਦਾ ਹੈ ਤੇ ਤੁਸੀਂ ਕਿਵੇਂ ਮਹਾਰਾਜ ਚੰਦੂ ਨੂੰ ਵੇਖ ਕੇ ਤੇ ਸਹਿਣ ਕਰ ਰਹੇ ਹੋ? ਇਹੋ ਜਿਹੇ ਪਾਪੀ ਨੂੰ ਤੁਸੀਂ ਤਾਂ ਇੱਕ ਜਿਹੜਾ ਹੈ ਉਹ ਫੁਰਨੇ ਦੇ ਨਾਲ ਮਾਰ ਕੇ ਗਾਲ ਸਕਦੇ ਹੋ, ਪਰ ਫਿਰ ਵੀ ਪਤਾ ਨਹੀਂ ਮਹਾਰਾਜ ਤੁਹਾਡੀ ਕੀ ਮੌਜ ਹੈ। ਐਡਾ ਵੱਡਾ ਪਾਪੀ ਅਜੇ ਵੀ ਜਿਉਂਦਾ ਤੁਰਿਆ ਫਿਰਦਾ ਹੈ। ਜਤਨ ਕਰਹੁ ਮਾਰਨ ਕੋ ਜਬੈ। ਤੇ ਮਹਾਰਾਜ ਜਦੋਂ ਤੁਸੀਂ ਚੰਦੂ ਨੂੰ ਮਾਰਨ ਦਾ ਯਤਨ ਕਰੋਗੇ ਨਾ, ਜਦੋਂ ਇਹਨੂੰ ਮਾਰਨ ਲੱਗੋਗੇ, ਕਿਸ ਤੇ ਰੁਕਹੁ ਨ ਹੱਥ ਤੋ ਹੋ ਤਬੈ। ਮਹਾਰਾਜ ਰੁਕਣਾ ਨਹੀਂ ਕਿਸੇ ਦੇ ਰੋਕਿਆਂ ਤੁਸੀਂ। ਪਾਤਸ਼ਾਹ ਮੇਰੀ ਬੇਨਤੀ ਹੈ ਜਦੋਂ ਵੀ ਕਿਤੇ ਚੰਦੂ ਹੱਥ ਆ ਗਿਆ ਨਾ ਤੇ ਕਿਸੇ ਦੇ ਰੋਕਿਆਂ ਤੁਸਾਂ ਨੇ ਰੁਕਣਾ ਨਾ ਸੱਚੇ ਪਾਤਸ਼ਾਹ ਜੀ। ਮਾਰ ਕੇ ਸਾਹ ਲੈਣਾ, ਇਹਦਾ ਕੰਡਾ ਕੱਢ ਕੇ ਹਟਣਾ। ਮਹਾਰਾਜ ਕੋਈ ਕਹੀ ਜਾਵੇ ਤੁਸੀਂ ਰੁਕਿਆ ਜੇ ਨਾ ਪਾਤਸ਼ਾਹ ਜੀਓ। ਪਠਿਓ ਸ਼ਾਹੋ ਮੁਝ ਪਾਸ ਤੁਮਾਰੇ। ਤੇ ਹੁਣ ਸੁਣੋ ਮਹਾਰਾਜ ਅਸਲੀ ਗੱਲ, ਮੈਨੂੰ ਜਹਾਂਗੀਰ ਬਾਦਸ਼ਾਹ ਨੇ ਤੁਹਾਡੇ ਪਾਸ ਭੇਜਿਆ ਹੈ। ਪ੍ਰੇਮ ਬਿਨੈ ਜੁਤ ਬਚਨ ਉਚਾਰੇ। ਤੇ ਬੜੇ ਪ੍ਰੇਮ ਦੇ ਨਾਲ ਬਾਦਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਬਚਨ ਕਰਦਾ ਹੈ, ਬੇਨਤੀ ਮੈਨੂੰ ਦੇ ਕੇ ਭੇਜਿਆ ਹੈ। ਪ੍ਰਾਣ ਦਾਨ ਮੁਝ ਕੋ ਗੁਰ ਦੀਨੋ। ਕਹਿੰਦਾ ਬਾਦਸ਼ਾਹ ਵੀ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਪ੍ਰਾਣਾਂ ਦਾ ਦਾਨ ਦੇਣ ਵਾਲੇ ਤੁਸੀਂ ਹੋ। ਮੈਨੂੰ ਜੋ ਪ੍ਰਾਣਾਂ ਦਾ ਦਾਨ ਮਿਲਿਆ ਪਾਤਸ਼ਾਹ ਮਹਾਰਾਜ ਉਹ ਤੁਹਾਡੇ ਦਰੋਂ ਘਰੋਂ ਮਿਲਿਆ, ਮੇਰੇ ਜਾਣ ਦੇ ਰਖਵਾਲੇ ਪਾਤਸ਼ਾਹ ਜੀਓ। ਅਬ ਦਰਸ਼ਨ ਦੇਹੋ ਗਿਆਨ ਪ੍ਰਬੀਨੋ। ਤੇ ਮਹਾਨ ਗਿਆਨ ਵਿੱਚ ਸਿਆਣੇ ਬ੍ਰਹਮ ਗਿਆਨੀ ਸਤਿਗੁਰੂ ਜੀ ਹੁਣ ਮੇਰੇ ਤੇ ਕਰੋ ਕਿਰਪਾ, ਇੱਥੇ ਦਿੱਲੀ ਆ ਕੇ ਮੈਨੂੰ ਦਰਸ਼ਨ ਬਖਸ਼ ਦਿਓ ਜੀ। ਕਰਤ ਪ੍ਰਤੀਖਿਆਨ ਨਿਸ ਦਿਨ ਚਾਹਤ। ਤੇ ਇਸ ਲਈ ਹੈ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਹੁਣ ਰੋਜ਼ ਤੁਹਾਡੀ ਪ੍ਰਤੀਖਿਆ ਕਰਦਾ, ਉਡੀਕ ਕਰਦਾ, ਦਿਨ ਰਾਤ ਉਹ ਇੱਛਾ ਰੱਖਦਾ ਵੀ ਕਦੋਂ ਆਪ ਜੀ ਇੱਥੇ ਆਓ ਤੇ ਮੈਨੂੰ ਦਰਸ਼ਨ ਦੇਵੋ। ਕਬਹਿ ਬਿਲੋਕੋ ਮਹਾ ਉਮਾਹਤ ਉਹ ਬੜਾ ਉਤਸ਼ਾਹ ਰੱਖਦਾ ਹੈ ਬਾਦਸ਼ਾਹ ਵੀ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਉਣਗੇ ਸਾਡੇ ਪਾਸ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਪ੍ਰਥਮ ਗਇਓ ਉਮਰਾਵ ਜੋ ਮਰ ਕੈ। ਤੇ ਮਹਾਰਾਜ ਜਿਹੜਾ ਪਹਿਲਾਂ ਉਮਰਾਵ ਮੁੜ ਕੇ ਗਿਆ ਨਾ ਤੁਹਾਡੇ ਪਾਸੋਂ, ਤੁਸੀਂ ਜਿਹਨੂੰ ਜਵਾਬ ਦਿੱਤਾ ਸੀ ਪਹਿਲਾਂ ਵੀ ਇੱਕ ਮੇਥੋਂ ਤੁਹਾਨੂੰ ਲੈਣ ਵਾਸਤੇ ਆਇਆ ਸੀਗਾ ਵੀ ਆਪ ਜੀ ਦਿੱਲੀ ਚੱਲੋ, ਆਪ ਜੀਆਂ ਨੇ ਪਾਤਸ਼ਾਹ ਜੀ ਉਹਨੂੰ ਜਵਾਬ ਦੇ ਦਿੱਤਾ ਸੀ ਦਿੱਲੀ ਜਾਣ ਤੋਂ। ਨਾ ਦਰਸੇ ਚਿਤ ਚਿੰਤਾ ਧਰ ਕੈ। ਤੇ ਹੁਣ ਬਾਦਸ਼ਾਹ ਨੂੰ ਇਹ ਹੈ ਵੀ ਮਹਾਰਾਜ ਪਤਾ ਨਹੀਂ ਕਿਉਂ ਨਹੀਂ ਆਏ, ਤੁਹਾਡੇ ਦਰਸ਼ਨ ਨਹੀਂ ਹੋ ਸਕੇ ਤੇ ਬਾਦਸ਼ਾਹ ਬੜੀ ਮਨ ਵਿੱਚ ਚਿੰਤਾ ਕਰਦਾ ਹੈ। ਮੋਹਿ ਕਾਰਨ ਕਰ ਸਮਝਾਇਓ। ਮੈਨੂੰ ਸਮਝਾ ਬੁਝਾ ਕੇ ਬਾਦਸ਼ਾਹ ਜਹਾਂਗੀਰ ਨੇ ਤੁਹਾਡੇ ਪਾਸ ਤੁਹਾਨੂੰ ਨਾਲ ਦਿੱਲੀ ਲਿਜਾਣ ਵਾਸਤੇ ਭੇਜਿਆ ਹੈ। ਅਧਿਕ ਪ੍ਰੇਮ ਤੇ ਇਤਹਿ ਪਠਾਇਓ। ਤੇ ਬੜੇ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਜਹਾਂਗੀਰ ਬਾਦਸ਼ਾਹ ਨੇ ਬੜੇ ਸਤਿਕਾਰ ਪ੍ਰੇਮ ਨਾਲ ਤੁਹਾਨੂੰ ਲੈ ਕੇ ਜਾਣ ਵਾਸਤੇ ਗਵਾਲੀਅਰ ਭੇਜਿਆ ਹੈ। ਉਚਿਤ ਆਪ ਕੋ ਦਰਸ਼ਨ ਦੀਜਹਿ। ਤੇ ਜੇ ਮੇਰੀ ਮਹਾਰਾਜ ਮੰਨੋ ਤੇ ਬੇਨਤੀ ਹੈ ਵੀ ਤੁਹਾਨੂੰ ਹੁਣ ਯੋਗ ਬਣਦਾ, ਜੇ ਬਾਦਸ਼ਾਹੀ ਨੇ ਤਰਲੇ ਕਰਦਾ ਮਹਾਰਾਜ ਤੇ ਆਪ ਜੀ ਨੂੰ ਦਿੱਲੀ ਪਹੁੰਚ ਕੇ ਦਰਸ਼ਨ ਦੇਣੇ ਚਾਹੀਦੇ ਆ। ਸਰਬ ਸਿੱਧ ਕਾਰਜ ਕਰ ਲੀਜਹਿ। ਵੀ ਹੁਣ ਤਾਂ ਬਾਦਸ਼ਾਹ ਦਾ ਰੁਖ ਤੁਹਾਡੇ ਵੱਲ ਸ਼ਰਧਾ ਧਾਰਦਾ ਹੈ
ਤੇ ਆਪ ਕਿਰਪਾ ਕਰਕੇ ਦਰਸ਼ਨ ਦੇ ਕੇ ਤੇ ਆਪਦਾ ਕਾਰਜ ਸਿੱਧ ਕਰ ਲਓ ਖਾਂ ਮਹਾਰਾਜ। ਵੀ ਚੰਦੂ ਜੇ ਮੰਗ ਲਓਗੇ ਤੇ ਬਾਦਸ਼ਾਹ ਦੇਰ ਨਹੀਂ ਲਾਵੇਗਾ, ਕਿਉਂਕਿ ਬਾਦਸ਼ਾਹ ਨੂੰ ਚੰਦੂ ਦੀ ਸਾਰੀ ਖੁਟਿਆਈ ਦਾ ਪਤਾ ਲੱਗ ਚੁੱਕਾ ਹੈ, ਬੜਾ ਝੂਰਦਾ ਹੈ ਸਾਈਂ ਮੀਆਂ ਮੀਰ ਦੇ ਆਉਣ ਕਰਕੇ। ਤੋ ਇਸ ਕਰਕੇ ਇਹ ਸੱਚੇ ਪਾਤਸ਼ਾਹ ਮਹਾਰਾਜ, ਹੁਣ ਚਾਹੋ ਤੇ ਤੁਸੀਂ ਚੰਦੂ ਨੂੰ ਲੈ ਸਕਦੇ ਹੋ, ਚਲੋ ਦਿੱਲੀ ਬਾਦਸ਼ਾਹ ਨੂੰ ਦਰਸ਼ਨ ਬਖਸ਼ੋ ਤੇ ਚੰਦੂ ਦੇ ਨੱਕ ਵਿੱਚ ਨੱਥ ਪਾ ਕੇ ਆਪਣਾ ਕਾਰਜ ਸਿੱਧ ਕਰ ਲਵੋ। ਸ੍ਰੀ ਹਰਿਗੋਬਿੰਦ ਸੁਣਤ ਬਖਾਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਸੁਣ ਕੇ ਤੇ ਸੱਚੇ ਪਾਤਸ਼ਾਹ ਜੀ ਇਹ ਵਜ਼ੀਰ ਖਾਂ ਨੂੰ ਕਹਿਣ ਲੱਗੇ ਐ, ਅਟਕ ਪਰੀ ਇੱਕ ਕਠਨ ਮਹਾਨਾ। ਕਹਿੰਦੇ ਵਜ਼ੀਰ ਖਾਂ ਚੱਲ ਤਾਂ ਅਸੀਂ ਜਾਂਦੇ ਤੇਰੇ ਨਾਲ, ਪਰ ਇੱਕ ਬੜੀ ਵੱਡੀ ਰੋਕ ਪੈ ਗਈ ਸਾਡੇ ਜਾਣ ਦੇ ਵਿੱਚ, ਦਿੱਲੀ ਜਾਣ ਵਿੱਚ ਸਾਡੇ ਹੁਣ ਇੱਕ ਬੜੀ ਵੱਡੀ ਰੋਕ ਪੈ ਗਈ ਹੈ, ਅਟਕਲ ਪੈ ਗਈ ਹੈ। ਜਬ ਹਮ ਪ੍ਰਵਿਸ਼ੇ ਦੁਰਗ ਮਝਾਰੀ। ਉਹ ਕਹਿੰਦਾ ਮਹਾਰਾਜ ਇਹੋ ਜੀ ਕਿਹੜੀ ਰੋਕ ਪੈ ਗਈ ਹੈ ਵੀ ਹੁਣ ਕਿਲੇ ਚੋਂ ਤੁਸੀਂ ਜਾ ਨਹੀਂ ਸਕਦੇ। ਤੋ ਪਾਤਸ਼ਾਹ ਕਹਿੰਦੇ ਵਜ਼ੀਰ ਖਾਂ ਜਦੋਂ ਅਸੀਂ ਕਿਲੇ ਵਿੱਚ ਆਏ ਸਾਂ ਨਾ, ਪਹਿਲੇ ਦਿਨ ਇਸ ਕਿਲੇ ਵਿੱਚ ਪ੍ਰਵੇਸ਼ ਕੀਤੇ ਸੀ, ਭਇਓ ਕੈਦੀਅਨ ਕੋ ਸੁਖ ਭਾਰੀ। ਉਸ ਦਿਨ ਤੋਂ ਲੈ ਕੇ ਇੱਥੇ ਰਹਿਣ ਵਾਲੇ ਕੈਦੀਆਂ ਨੂੰ ਬੜਾ ਹੀ ਸੁੱਖ ਹੈ, ਬੜੇ ਆਨੰਦ ਮਾਣਦੇ ਹਨ। ਕਈਆਂ ਦੇ ਰੋਗ ਦੂਰ ਹੋ ਗਏ ਐ ਸਾਡੇ ਦਰਸ਼ਨ ਕਰਕੇ। ਦਿਨ ਰਾਤ ਪੰਚਮ ਕੜਾਹ ਪ੍ਰਸ਼ਾਦੀਆਂ ਦੇਗਾਂ ਚੱਲਦੀਆਂ, ਖੁੱਲ੍ਹੇ ਭੰਡਾਰੇ, ਲੰਗਰ ਸੋਹਣਾ ਖਾਂਦੇ ਐ ਤੇ ਬੜੇ ਕੈਦੀਆਂ ਨੂੰ ਸਾਡੇ ਆਉਣ ਕਰਕੇ ਸੁੱਖ ਮਿਲ ਰਿਹਾ ਹੈ। ਖਾਣ ਪਾਣ ਤੇ ਭਏ ਸੁਖਾਰੇ। ਤੇ ਖਾਣ ਪੀਣ ਕਰਕੇ ਵੀ ਬੜੇ ਸੁਖਾਲੇ ਹੋ ਗਏ ਐ ਸਾਰੇ ਕੈਦੀ, ਛਕਣ ਛਕਾਉਣ ਵਿੱਚ ਵੀ ਬੜੇ ਸੌਖੇ ਹੋ ਗਏ ਹਨ। ਛੁਟਨ ਭਰੋਸਾ ਮਨ ਮਹਿ ਧਾਰੇ। ਤੇ ਇਹਨਾਂ ਨੇ ਮਨ ਵਿੱਚ ਭਰੋਸਾ ਧਾਰ ਲਿਆ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਐ ਤੇ ਸਾਨੂੰ ਜ਼ਰੂਰ ਛਡਾ ਲੈਣਗੇ, ਇਹ ਕੈਦ ਚੋਂ ਸਾਨੂੰ ਰਿਹਾ ਕਰਵਾਉਣਗੇ। ਅਬ ਸੁਣ ਲੀਨੋ ਸ਼ਾਹੋ ਹਕਾਰੈ। ਪਰ ਪਿਛਲੇ ਦਿਨੀ ਜਦੋਂ ਤੁਹਾਡਾ ਮਨੁੱਖ ਇੱਕ ਆਇਆ ਨਾ ਸਾਨੂੰ ਲੈਣ ਵਾਸਤੇ, ਤੇ ਉਹ ਜਿੰਨੇ ਕੈਦੀ ਐ ਸਮੇਤ ਇਹਨਾਂ ਰਾਜਿਆਂ 52 ਦੇ, ਇਹਨਾਂ ਸੁਣ ਲਿਆ ਵੀ ਬਾਦਸ਼ਾਹ ਜਹਾਂਗੀਰ ਹੁਣ ਸਾਨੂੰ ਕਿਲੇ ਚੋਂ ਆਪਦੇ ਪਾਸ ਸੱਦਿਆ ਚਾਹੁੰਦਾ ਹੈ। ਪਰੇ ਸ਼ਰਨ ਬਹੁ ਬਿਨੈ ਉਚਾਰੇ। ਤੇ ਇਹ ਫਿਰ ਉਦੋਂ ਸਾਡੀ ਚਰਨ ਸ਼ਰਨ ਵਿੱਚ ਬੜੇ ਆ ਕੇ ਬੇਨਤੀਆਂ ਕਰਨ ਲੱਗੇ, ਜਿੰਨੇ ਕੈਦੀ ਆ ਸਾਰੇ ਸਾਡੀ ਚਰਨੀ ਪੈ ਕੇ ਬੇਨਤੀਆਂ ਕਰਨ ਲੱਗ ਪਏ। ਰਾਵਰ ਬਿਨਾ ਨਾ ਹਮ ਗਤ ਕਾਈ। ਕਹਿੰਦੇ ਮਹਾਰਾਜ ਤੁਹਾਡੇ ਬਿਨਾਂ ਸਾਡੀ ਕਿੰਨੇ ਬਾਤ ਪੁੱਛਣੀ ਆ ਗਰੀਬ ਨਵਾਜ, ਤੁਹਾਡੇ ਰਹਿਣ ਕਰਕੇ ਇੱਥੇ ਖੁਸ਼ੀਆਂ ਖੇੜੇ ਆਨੰਦ ਸਾਨੂੰ ਤਾਂ ਰੱਜ ਕੇ ਮਹਾਰਾਜ ਜੀ ਇੱਥੇ ਜਿਹੜਾ ਵਾ ਜਲ ਨਹੀਂ ਛਕਣ ਨੂੰ ਮਿਲਦਾ, ਤੇ ਖਵਾਉਣਾ ਨਵਾਉਣਾ ਕਿੰਨੇ ਆ ਇੱਥੇ ਸਾਨੂੰ। ਤੋ ਪਾਤਸ਼ਾਹ ਤੁਹਾਡੇ ਬਿਨਾਂ ਸਾਡਾ ਜੀਵਨ ਇਸ ਕਿਲੇ ਵਿੱਚ ਨਰਕ ਹੈ। ਕਹਿ ਮਾਰੋ ਕਹਿ ਦੇਹੋ ਜਿਵਾਈ। ਹੁਣ ਤੁਹਾਡੇ ਹੱਥ ਵਿੱਚ ਆ ਮਹਾਰਾਜ, ਜੇ ਤੁਸੀਂ ਚੱਲੇ ਹੋ ਤੇ ਸਮਝੋ ਅਸੀਂ ਮਰ ਚੱਲੇ ਹਾਂ। ਤੇ ਮਹਾਰਾਜ ਹੁਣ ਤੁਸੀਂ ਜਿਵੇਂ ਕਰੋ, ਚਾਹੇ ਸਾਨੂੰ ਮਾਰ ਦਿਓ ਤੇ ਚਾਹੇ ਪਾਤਸ਼ਾਹ ਜੀ ਸਾਨੂੰ ਜਿਉਂਦੇ ਕਰ ਲਵੋ, ਤੁਹਾਡੇ ਹੱਥ ਵਿੱਚ ਹਾਂ। ਹਮਰੇ ਸਦਾ ਪ੍ਰਤਿਗਿਆ ਇਹੀ। ਤੇ ਮਹਾਰਾਜ ਕਹਿੰਦੇ ਇਸ ਲਈ ਵਜ਼ੀਰ ਖਾਂ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਭਾਈ, ਤੇ ਸਾਡੇ ਦਰ ਘਰ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੀ ਸਦਾ ਹੀ ਪ੍ਰਤੱਗਿਆ ਰਹੀ ਹੈ, ਸਦਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਇਹ ਧਰਮ ਰਿਹਾ ਹੈ। ਸ਼ਰਨ ਪਰੇ ਕਹ ਤਿਆਗਤ ਨਹੀਂ। ਵੀ ਸਾਡੇ ਘਰ ਜਿਹੜਾ ਵੀ ਆ ਕੇ ਸ਼ਰਨੀ ਪੈਂਦਾ ਅਸੀਂ ਉਹਦੀ ਬਾਂਹ ਨਹੀਂ ਛੱਡੀ ਕਦੇ। ਜਿਹੜਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਆ ਜਾਂਦਾ ਹੈ ਨਾ ਵਜ਼ੀਰ ਖਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਬਿਰਦ ਹੈ ਵੀ ਜਿਹੜਾ ਸ਼ਰਨ ਪੈ ਜਾਂਦਾ, ਜੋ ਸਰਨ ਆਵੇ ਤਿਸ ਕੰਠ ਲਾਵੇ ਬਿਰਦ ਸੁਆਮੀ ਸੰਦਾ। ਇਹ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਧਰਮ ਹੈ, ਪ੍ਰਤੱਗਿਆ ਹੈ ਵੀ ਸ਼ਰਨ ਆਇਆਂ ਦੀ ਅਸੀਂ ਲਾਜ ਰੱਖਦੇ ਹਾਂ, ਸ਼ਰਨ ਆਇਆਂ ਨੂੰ ਅਸੀਂ ਐਵੇਂ ਨਹੀਂ ਛੱਡ ਦਿੰਦੇ ਹਾਂ। ਜੋ ਨਰ ਆਰਤ ਕਹਿ ਇੱਕ ਬੇਰਾ। ਵੀ ਸਾਡੇ ਘਰ ਵਿੱਚ ਕੋਈ ਇੱਕ ਵਾਰੀ ਦੁਖੀ ਆ ਕੇ ਅਰਦਾਸ ਕਰ ਦੇਵੇ ਸਹੀ, ਅਸੀਂ ਉਹਦਾ ਕਾਰਜ ਸਿੱਧ ਕਰੇ ਬਿਨਾਂ ਉਹਨੂੰ ਤਿਆਗਦੇ ਨਹੀਂ, ਖਾਲੀ ਨਹੀਂ ਮੋੜਦੇ ਹਾਂ। ਸ੍ਰੀ ਹਰਿਗੋਬਿੰਦ ਮੈਂ ਅਬ ਤੇਰਾ। ਤੇ ਇਸ ਕਰਕੇ ਕੋਈ ਕਹਿ ਦੇਵੇ ਆ ਕੇ ਵੀ ਹੇ ਗੁਰੂ ਹਰਗੋਬਿੰਦ ਸਾਹਿਬ, ਲੈ ਮਹਾਰਾਜ ਮੈਂ ਤੇਰਾ ਸਗਲ ਦਵਾਰ ਕੋ ਛੱਡ ਕੇ ਗਏ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਜ਼ੀਰ ਖਾਂ ਸਾਨੂੰ ਕਹਿ ਦੇਵੇ ਕੋਈ ਆ ਕਰਕੇ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਕੋਈ ਕਹਿ ਦੇਵੇ ਆ ਕੇ ਵਜ਼ੀਰ ਖਾਂ ਇੰਨੀ ਗੱਲ ਕਹਿ ਦੇਵੇ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ ਹਾਂ। ਕਿਆ ਗਿਣਤੀ ਹੈ ਇਹ ਬਚਾਵਨ। ਤੇ ਇਹ ਗਿਣਤੀ ਕਰਨ ਦੀ ਕੀ ਗੱਲ ਹੈ ਵੀ ਅਸੀਂ ਉਸ ਅਰਦਾਸ ਕਰਨ ਵਾਲੇ ਸਿੱਖ ਦੀ ਇਕੱਲੀ ਲੋਕ ਵਿੱਚ, ਇਸ ਧਰਤੀ ਤੇ ਮਾਤ ਲੋਕ ਵਿੱਚ ਹੀ ਇਕੱਲੀ ਲਾਜ ਨਹੀਂ ਰੱਖਾਂਗੇ। ਨਿਕਟ ਨਾ ਦੇਉ ਦੂਤ ਜਮ ਆਵਨ। ਜਿਹੜਾ ਕਹਿ ਦੇਵੇ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ, ਉਹਨੂੰ ਇੱਥੇ ਤਾਂ ਹੀ ਰੱਖਿਆ ਕਰਨੀਓ ਹੈ,
ਅਸੀਂ ਪਰਲੋਕ ਦੇ ਵਿੱਚ ਵੀ ਗਾਂ ਦਰਗਾਹ ਵਿੱਚ ਵੀ ਜਮ ਵੀ ਉਹਦੇ ਨੇੜੇ ਨਹੀਂ ਆਉਣ ਦਿੰਦੇ। ਦਾਸ ਜੀਅਤ ਕੀ ਰੱਛ ਨ ਕਰੈ। ਅਸੀਂ ਜਿਹੜਾ ਗੁਰੂ ਕਾਹਦਾ ਜਿਹੜਾ ਆਪਦੇ ਜਿਉਂਦਿਆਂ ਜਾਂ ਜਿਉਂਦੇ ਹੋਏ ਦਾਸ ਦੀ ਸਿੱਖ ਦੀ, ਉਹ ਗੁਰੂ ਕਾਹਦਾ ਜਿਹੜਾ ਆਪਦੇ ਸ਼ਿਸ਼ ਦੀ ਆਪਦੇ ਦਾਸ ਦੀ ਜਿਉਂਦੇ ਜੀ ਰੱਖਿਆ ਨਾ ਕਰੇ। ਮਿਰਤਕ ਭਏ ਕਿਮ ਦੁਖ ਪਰ ਤੇ ਹਰੈ। ਜੇ ਅਸੀਂ ਸਿੱਖਾਂ ਦੀ ਜਿਉਂਦੇ ਹੀ ਮਦਦ ਨਹੀਂ ਕਰਨੀ, ਤੇ ਜਦੋਂ ਸਿੱਖ ਚੜ੍ਹਾਈ ਕਰ ਜਾਵੇਗਾ ਤੇ ਪਰਲੋਕ ਵਿੱਚ ਅਸੀਂ ਕੀ ਸਵਾਹ ਮਦਦ ਕਰਾਂਗੇ ਕਿਸੇ ਦੀ। ਅਸੀਂ ਜੇ ਸਿੱਖ ਦੀ ਇੱਥੇ ਹੀ ਮਦਦ ਨਹੀਂ ਕਰ ਸਕਦੇ ਲੋਕ ਦੇ ਵਿੱਚ, ਤੇ ਪਰਲੋਕ ਵਿੱਚ ਫਿਰ ਅਸੀਂ ਉਹਨਾਂ ਦੀ ਕੀ ਮਦਦ ਕਰਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਆ, ਜਾਨ ਕੀ ਕਰੋ ਕਾਮਨਾ ਪੂਰਨ। ਅਸੀਂ ਆਪਦੇ ਦਾਸਾਂ ਨੂੰ ਬਿਰਥ ਨਹੀਂ ਜਾਣ ਦਿੰਦੇ, ਰੁਲਣ ਨਹੀਂ ਦਿੰਦੇ ਅਸੀਂ। ਇਸ ਕਰਕੇ ਜਾਣ ਲੈ ਜਹਾਂਗੀਰ, ਅਸੀਂ ਆਪਦੇ ਸਿੱਖਾਂ ਸੇਵਕਾਂ ਦੀ ਕਾਮਨਾ ਪੂਰੀ ਕਰਦੇ ਹਾਂ। ਸਿੱਖ ਮੰਗੇ ਜੋ ਮਰਜ਼ੀ ਮੰਗਦਾ, ਸਾਡਾ ਬਣ ਕੇ ਮੰਗ ਲਵੇ, ਅਸੀਂ ਉਹ ਹਾਜ਼ਰ ਕਰਦੇ। ਇਕੱਲਾ ਲੋਕ 'ਚ ਨਹੀਂ, ਅਸੀਂ ਤਾਂ ਪਰਲੋਕ ਵਿੱਚ ਵੀ ਬਾਂਹ ਪਕੜਦੇ ਹਾਂ। ਸੰਕਟ ਤੇ ਉਬਾਰ ਕਰ ਤੂਰਨ। ਅਸੀਂ ਤਾਂ ਛੇਤੀ ਨਾਲ ਝਾਟੀ ਉਹਨੂੰ ਸਾਰੇ ਦੁੱਖਾਂ ਦੇ ਵਿੱਚੋਂ ਉਬਾਰ ਦਿੰਦੇ ਹਾਂ, ਉਧਾਰ ਦਿੰਦੇ ਹਾਂ। ਮਰਨ ਪਰਯੰਤ ਨਿਰੰਦਨ ਕੈਦ। ਤੇ ਹੁਣ ਵੇਖ ਲੈ ਵੀ ਜਿਹੜੇ ਕੈਦੀ ਆ ਇੱਥੇ ਰਾਜੇ, ਇਹ ਮਰਨ ਪਰਯੰਤ ਆ, ਵੀ ਮਰਨ ਤੀਕਰ ਇਹਨਾਂ ਨੂੰ ਕੈਦ ਹੋਈ ਉਮਰ ਮਰਨ ਤੀਕਰ ਕੈਦ ਹੋਈ ਕਿਲੇ ਵਿੱਚ ਰਹਿਣਗੇ। ਨਾ ਛੂਟਣ ਕੀ ਹਿਰਦੈ ਉਮੈਦ। ਤੇ ਇਹਨਾਂ ਦੇ ਹੁਣ ਛੁੱਟਣ ਦੀ ਕੋਈ ਉਮੀਦ ਨਹੀਂ ਹੈ ਸਾਡੇ ਬਿਨਾ, ਇਹਨਾਂ ਦੇ ਹਿਰਦੇ ਵਿੱਚ ਕੋਈ ਆਸਾ ਨਹੀਂ ਹੈ। ਇਨ ਕੋ ਛੋਰ ਨ ਚਾਹੋ ਜੇ ਮਨ ਹੈ। ਜੇ ਅਸੀਂ ਚਲੇ ਗਏ ਤੇ ਮੌਤ ਤੱਕ ਇਹਨਾਂ ਕਿਲੇ 'ਚ ਰਹਿਣਾ, ਨਰਕ ਭੋਗਣਗੇ। ਤੇ ਅਸੀਂ ਭਾਈ ਹੁਣ ਸਾਡੀ ਚਰਨੀ ਆ ਗਏ ਹੈ, ਤੇ ਵਜ਼ੀਰ ਖਾਂ ਉਹਦੇ ਬਾਦਸ਼ਾਹ ਨੂੰ ਜਾ ਕੇ ਸੁਣਾ ਦੇ ਵੀ ਜੇ ਤਾਂ ਬਾਦਸ਼ਾਹ ਇਹਨਾਂ ਨੂੰ ਛੱਡਣ ਵਾਸਤੇ ਹਾਂ ਕਰਦਾ ਹੈ, ਤਬਹ ਕਾਰਨ ਹਮ ਕੋ ਠਨ ਹੈ। ਤੇ ਬਾਦਸ਼ਾਹ ਨੂੰ ਕਹੋ ਫੇਰ ਹੀ ਸਾਨੂੰ ਸੱਦਾ ਭੇਜੇ। ਜੇ ਇਹਨਾਂ ਨੂੰ ਛੱਡਣ ਦੀ ਮਨ ਵਿੱਚ ਇੱਛਾ ਰੱਖਦਾ, ਸਾਡੀ ਇਹ ਸ਼ਰਤ ਮੰਨ ਲਵੇ ਵੀ ਫੇਰ ਆਵਾਂਗੇ ਜੇ ਇਹ ਕੈਦੀ ਛੱਡੋਗੇ। ਤੋ ਜੇ ਤਾਂ ਬਾਦਸ਼ਾਹ ਸ਼ਰਤ ਮੰਨਦਾ ਤੇ ਸਾਡੇ ਪਾਸ ਕੋਈ ਸੱਦਾ ਭੇਜ ਦੇਵੇ। ਨਾਹੇ ਤਾਂ ਰਹਿ ਇਸੀ ਹਮ ਥਾਨ। ਤੇ ਨਹੀਂ ਤਾਂ ਸਾਨੂੰ ਕੋਈ ਲੋੜ ਨਹੀਂ ਜਾਣ ਦੀ, ਅਸੀਂ ਇੱਥੇ ਹੀ ਰਹਿ ਕੇ ਆਪਦੇ ਦਾਸਾਂ ਸਿੱਖਾਂ ਨੂੰ ਸੁੱਖ ਦੇਵਾਂਗੇ। ਪਾਰਨ ਕਰਹਿ ਮਹੀਪ ਮਹਾਨ। ਇਹ ਜਿੰਨੇ ਕੈਦੀ ਰਾਜ, ਇਹਨਾਂ ਦੀ ਪਾਲਣ ਪੋਸ਼ਣ ਅਸੀਂ ਮਰਨ ਤੀਕਰ ਇੱਥੇ ਹੀ ਕਰਾਂਗੇ। ਤੋ ਅਸੀਂ ਇਹਨਾਂ ਨੂੰ ਦੁਖੀ ਨਹੀਂ ਹੁਣ ਵੇਖਾਂਗੇ, ਕਿਉਂਕਿ ਸਾਡੇ ਸਿੱਖ ਬਣ ਚੁੱਕੇ ਹਨ। ਅਰ ਗੁਰੂ ਦਰੋਹੀ ਗਹਿ ਨ ਥਿਰਤਾ। ਤੇ ਬਾਕੀ ਚਿੰਤਾ ਨਾ ਕਰ ਵਜ਼ੀਰ ਖਾਨ। ਜਿਹੜੀ ਰਹੀ ਗੱਲ ਚੰਦੂ ਦੀ, ਚੰਦੂ ਟਿਕਿਆ ਨਹੀਂ ਰੋਕ, ਬਹੁਤਾ ਸਮਾਂ ਹੁਣ ਚੰਦੂ ਜਿਉਂਦਾ ਨਹੀਂ ਰਹੇਗਾ। ਪਰਹਿ ਨਰਕ ਮਹਿ ਕੋ ਮ੍ਰਿਤ ਮਿਰਤਾ। ਮਰਤਾ ਜਦੋਂ ਮਰੇਗਾ ਤੇ ਖੋਟੀ ਮੌਤ ਮਾਰਾਂਗੇ, ਕੁੱਤੇ ਦੀ ਮੌਤ ਮਾਰਨਾ ਚੰਦੂ ਨੂੰ ਅਸੀਂ। ਇਹ ਭੁਲੇਖਾ ਕੱਢਦੇ ਵੀ ਅਸੀਂ ਇੱਥੇ ਤੇ ਚੰਦੂ ਜਿਉਂਦਾ ਰਹੇਗਾ। ਚੰਦੂ ਨੂੰ ਨਰਕ ਨੂੰ ਤੋਰਾਂਗੇ ਜੁੱਤੀ ਦੀ ਤਾਬ ਦੇ ਨਾਲ। ਕਾਲ ਨਜੀਕ ਆਏ ਅਬ ਹੋਵਾ। ਚੰਦੂ ਦਾ ਬਸ ਹੁਣ ਜਾਣ ਲੈ ਵੀ ਮੌਤ ਬੜੀ ਲਾਗੇ ਆ ਚੁੱਕੀ ਹੈ। ਸਹਤ ਕੁਟੰਬ ਸਦਨ ਦੇਖ ਹੋਵਾ। ਉਹ ਤਾਂ ਘਰ-ਬਾਰ ਖਾਨਦਾਨ ਸਾਰਾ ਉਸਦਾ ਗਰਕ ਹੋ ਜਾਣ ਵਾਲਾ ਹੈ। ਅਬ ਤੁਮ ਗਮਨਹੁ ਸ਼ਾਹੇ ਕੇ ਪਾਸ। ਤੇ ਹੁਣ ਜਾ ਵਜ਼ੀਰ ਖਾਂ, ਤੂੰ ਸਾਡਾ ਹੁਕਮ ਮੰਨ ਕੇ ਤੇ ਜਹਾਂਗੀਰ ਬਾਦਸ਼ਾਹ ਪਾਸ ਪਹੁੰਚ ਦਿੱਲੀ। ਕਰਹ ਕੈਦੀਅਨ ਕਥਾ ਪ੍ਰਕਾਸ਼। ਤੇ ਜਾ ਕੇ ਕਹਿ ਦੇ ਬਾਦਸ਼ਾਹ ਜਹਾਂਗੀਰ ਨੂੰ ਜਿਵੇਂ ਅਸੀਂ ਤੈਨੂੰ ਆਖਿਆ ਹੈ। ਇਨਹੁ ਸਮੇਤ ਦੁਰਗ ਨਿਕਸੈ ਹੈ। ਵੀ ਗੁਰੂ ਜੀ ਕਹਿੰਦੇ ਆ ਵੀ ਅਸੀਂ ਹੁਣ ਜੇ ਬਾਹਰ ਨਿਕਲੇ ਕਿਲੇ ਚੋਂ ਤੇ ਕੈਦੀਆਂ ਦੇ ਸਮੇਤ ਬਾਹਰ ਨਿਕਲਾਂਗੇ। ਨਾਹੇ ਤਾਂ ਬੈਠੇ ਇਹਾ ਰਹਿ ਹੈ। ਨਹੀਂ ਤਾਂ ਬਸ ਚੜ੍ਹਦੀ ਕਲਾ ਜਿੱਥੇ ਬੈਠੇ ਅਸੀਂ ਇਹਨਾਂ ਦੇ ਪਾਸ ਹੀ ਰਵਾਂਗੇ। ਜੇ ਆਵਾਂਗੇ ਤੇ ਸਾਰਿਆਂ ਨੂੰ ਨਾਲ ਲੈ ਕੇ ਆਵਾਂਗੇ। ਸੁਨੇ ਵਜ਼ੀਰ ਖਾਨ ਗੁਰ ਬੈਨ। ਵਜ਼ੀਰ ਖਾਨ ਨੇ ਸਾਧ ਸੰਗੀ ਸਾਰੇ ਮਹਾਰਾਜ ਦੇ ਜਦੋਂ ਬਚਨ ਸੁਣ ਲਏ ਹਨ। ਬਿਖਮ ਬਾਤ ਨਿਜ ਬਸ ਜੋ ਹੈਨ। ਹੁਣ ਇਹ ਵਿਚਾਰਾ ਮਨ 'ਚ ਵਿਚਾਰਦਾ ਵੀ ਕੰਮ ਤਾਂ ਔਖਾ ਹੀ ਹੈ, ਵੀ ਹੁਣ ਮੇਰੇ ਵੱਸ ਤਾਂ ਇਹਦੇ ਵਿੱਚ ਕੁਝ ਵੀ ਨਹੀਂ, ਮੈਂ ਤਾਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਹਾਂ। ਕਹਿਓ ਨਾ ਗਇਓ ਵਿਚਾਰਤ ਰਹਿਓ। ਤੇ ਹੁਣ ਕੁਝ ਬੋਲਿਆ ਨਾ ਗਾ। ਵਜ਼ੀਰ ਖਾਂ ਕੀ ਕਹਿੰਦਾ, ਕਿਉਂਕਿ ਇਹਦੇ ਤਾਂ ਵੱਸ ਵਿੱਚ ਹੋਵੇ ਤੇ ਝਾਟੀ ਮਹਾਰਾਜ ਨੂੰ ਆਖੇ ਵੀ ਰਾਜੇ ਮਹਾਰਾਜ ਲੈ ਲਓ ਨਾਲ ਤੇ ਚੱਲੀਏ ਆਪਾਂ। ਪਰ ਹੁਣ ਬਾਦਸ਼ਾਹ ਦਾ ਹੁਕਮ ਹੋਣਾ, ਫੇਰ ਹੀ ਰਾਜੇ ਬਾਹਰ ਨਿਕਲਣੇ ਆ। ਵਜ਼ੀਰ ਖਾਂ ਵਿਚਾਰਾ ਨੀਵੀਂ ਪਾ ਲਈ ਇਹਨੇ, ਤੇ ਕੋਈ ਵੀ ਬਚਨ ਨਹੀਂ ਇਹਦੇ ਤੋਂ ਹੋਇਆ। ਮਨ ਵਿੱਚ ਸੋਚਦਾ ਰਿਹਾ ਹੈ। ਮਨ ਹੈ ਸ਼ਾਹੋ ਕੇ ਨਹਿ ਚਿਤ ਲਹਿਓ। ਵਿਚਾਰਾ ਮਨ 'ਚ ਸੋਚਦਾ ਵੀ ਹੁਣ ਬਾਦਸ਼ਾਹ ਖਰੇ ਮੰਨੇ ਕਿ ਨਾ, ਸ਼ਰਤ ਮਹਾਰਾਜ ਨੇ ਵੱਡੀ ਰੱਖ ਦਿੱਤੀ ਹੈ। ਤਉ ਗਿਨਤ ਮਨ ਬਿਖਮ ਨਾ ਕੋਈ। ਫਿਰ ਮਨ 'ਚ ਸੋਚਦਾ ਵੀ ਹੁਣ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਤਾਂ ਕੋਈ ਵੱਡਾ ਕੰਮ ਨਹੀਂ ਨਾ। ਮਹਾਰਾਜ ਨੇ ਜੇ ਬਚਨ ਕਰ ਦਿੱਤਾ ਹੈ ਵੀ ਹੈ ਤਾਂ ਔਖਾ ਹੀ, ਜਿਹੜਾ ਬਾਦਸ਼ਾਹ ਕੀ ਪਤਾ ਮੰਨੇ ਕਿ ਨਾ ਮੰਨੇ ਇਹਨਾਂ ਰਾਜਿਆਂ ਨੂੰ ਛੱਡਣ ਵਾਸਤੇ।
ਕਿਉਂਕਿ ਬਾਦਸ਼ਾਹ ਵਾਸਤੇ ਬਾਹਰ ਨਿਕਲ ਕੇ ਬਗਾਵਤ ਕਰਨਗੇ, ਖਤਰਾ ਪੈਦਾ ਕਰ ਸਕਦੇ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖੀਏ ਤੇ ਇਹਨਾਂ ਵਾਸਤੇ ਕੋਈ ਔਖਾ ਨਹੀਂ ਹੈ, ਸ਼ਕਤ ਅਨੰਤ ਗੁਰੂ ਮਹਿ ਹੋਈ। ਕਿਉਂਕਿ ਮੇਰੇ ਗੁਰੂ ਚੋਜੀ ਪਾਤਸ਼ਾਹ ਦੇ ਵਿੱਚ ਬੜੀਆਂ ਸ਼ਕਤੀਆਂ, ਖਜ਼ਾਨਾ ਹੈ ਸ਼ਕਤੀਆਂ ਦਾ ਸੱਚੇ ਪਾਤਸ਼ਾਹ। ਅਨਬਨ ਭੀ ਸਭ ਲੇਹ ਬਣਾਏ। ਇਹ ਚਾਹੁਣ ਤੇ ਨਾ ਹੋਣ ਵਾਲੇ ਕੰਮ ਵੀ ਸਾਰੇ ਸਿਰੇ ਚਾੜ ਸਕਦੇ ਐ, ਬਣੀ ਬਾਤ ਕੋ ਦੇ ਬਿਗਰਾਏ। ਤੇ ਨਾ ਚਾਹੁਣ ਤੇ ਬਣੀ ਹੋਈ ਗੱਲ ਵੀ ਵਿਗਾੜ ਦੇਣ, ਚਾਹੁਣ ਤੇ ਵਿਗੜਿਆ ਕੰਮ ਸਵਾਰ ਦੇਣ, ਤੇ ਨਹੀਂ ਇੱਛਾ ਮਹਾਰਾਜ ਦੀ ਤੇ ਸਵਾਰੇ ਹੋਏ ਕੰਮ ਵੀ ਵਿਗਾੜ ਸਕਦੇ ਹਨ। ਮੇਰੋ ਧਰਮ ਬਚਨ ਗੁਰ ਮਾਨੋ। ਤੇ ਬਾਕੀ ਹੁਣ ਮੈਨੂੰ ਨਹੀਂ, ਮੇਰਾ ਮਨ ਨਹੀਂ ਬਣ ਚਾਹੀਦਾ ਵੀ ਮੈਂ ਕਿੰਤੂ ਕਰਾਂ। ਮਨ 'ਚ ਸੋਚਦਾ ਵਜ਼ੀਰ ਖਾਂ ਵੀ ਮੇਰਾ ਫਰਜ਼ ਇਹ ਹੈ ਮੈਂ ਗੁਰੂ ਕਾ ਸਿੱਖ ਹਾਂ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨ ਧਰਈ ਕੰਨ। ਗੁਰ ਕਹਿਆ ਸਾਕਾਰ ਕਮਾਵਾ, ਗੁਰ ਕੀ ਕਰਨੀ ਕਾਹੇ ਧਾਵਾ। ਮੇਰਾ ਕੰਮ ਹੈ ਮਹਾਰਾਜ ਦਾ ਹੁਕਮ ਵਜਾਉਣਾ, ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਮੇਰਾ ਕੰਮ ਮਹਾਰਾਜ ਦਾ ਹੁਕਮ ਮੰਨਣਾ ਹੈ। ਜਿਮ ਕਹਿ ਤਿਮ ਚਲ ਸ਼ਾਹੂ ਬਖਾਨੋ। ਵੀ ਜਿਵੇਂ ਮਹਾਰਾਜ ਨੇ ਕਿਹਾ ਹੈ ਬਸ ਆਪਣਾ ਆਪਦਾ ਕੰਮ ਕਰੀਏ। ਮੈਨੂੰ ਮਹਾਰਾਜ ਨੇ ਹੁਕਮ ਦਿੱਤਾ ਹੈ, ਮੈਂ ਬਾਦਸ਼ਾਹ ਪਾਸ ਜਾ ਕੇ ਸਭ ਕੁਝ ਆਖਾਂਗਾ। ਫੇਰੋ ਨਹਿ ਗਮਨੋ ਅਨੁਸਾਰੇ। ਤੇ ਇਸੇ ਤਰ੍ਹਾਂ ਜਿਹੜਾ ਮੈਂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਨੂੰ ਕਵਾਂਗਾ, ਸੱਚੇ ਪਾਤਸ਼ਾਹ ਦਾ ਹੁਕਮ ਜਿਹੜਾ ਮੈਂ ਵਜਾਵਾਂਗਾ, ਫੇਰੋ ਨਹਿ, ਮੈਂ ਨਹੀਂ ਮੋੜਾਂਗਾ ਮਹਾਰਾਜ ਦਾ ਹੁਕਮ। ਤੇ ਸਤਿਗੁਰਾਂ ਦੇ ਅਨੁਸਾਰ ਹੀ ਹੋ ਕੇ ਹੁਣ ਮੈਂ ਬਾਦਸ਼ਾਹ ਪਾਸ ਮਹਾਰਾਜ ਦਾ ਸੁਨੇਹਾ ਪਹੁੰਚਾ ਦੇਵਾਂਗਾ। ਏਮ ਵਿਚਾਰ ਕਰ ਬਚਨ ਉਚਾਰੇ। ਵਿਚਾਰ ਕਰਕੇ ਮਨ ਵਿੱਚ ਵਜ਼ੀਰ ਖਾਂ ਨੇ ਸੱਚੇ ਪਾਤਸ਼ਾਹ ਨੂੰ ਫਿਰ ਬੇਨਤੀ ਕੀਤੀ ਹੈ, ਦਇਆ ਕਰਨ ਕੀ ਬਾਣ ਤੁਮਾਰੀ। ਵੀ ਮਹਾਰਾਜ ਇਹ ਸੱਚ ਹੈ, ਤੁਹਾਡੀ ਆਦਤ ਸੁਭਾਅ ਹੈ ਪਾਤਸ਼ਾਹ, ਤੁਹਾਡਾ ਧਰਮ ਹੈ, ਤੁਸੀਂ ਸਾਰਿਆਂ ਤੇ ਦਇਆ ਕਰਦੇ ਹੋ, ਗੁਣ ਉਗਣ ਨਹੀਂ ਵੇਖਦੇ ਹੋ। ਨਿਕਟ ਦੁਖੀ ਪੇ ਸ਼ਰਨ ਅਗਾਰੀ। ਵੀ ਹੁਣ ਇੰਨੇ ਰਾਜੇ ਕਿੰਨੇ ਚਿਰ ਦੇ ਦੁਖੀ ਤੁਹਾਡੇ ਚਰਨ ਸ਼ਰਨ ਵਿੱਚ ਆਣ ਪਏ ਐ। ਆਪਨ ਪ੍ਰਤੱਗਿਆ ਕਰਹ ਨਿਬਾਹਨ। ਤੇ ਮਹਾਰਾਜ ਕੋਈ ਗੱਲ ਨਹੀਂ ਪਾਤਸ਼ਾਹ, ਜੇ ਤੁਹਾਡਾ ਧਰਮ ਹੈ ਨਾ ਸ਼ਰਨਾਇਆਂ ਦੀ ਲਾਜ ਰੱਖਣਾ, ਤੇ ਆਪ ਜੀ ਕਿਰਪਾ ਕਰੋ ਮਹਾਰਾਜ, ਜ਼ਰੂਰ ਆਪਣਾ ਧਰਮ ਨਿਭਾਉਣਾ ਕਰੋ, ਪ੍ਰਤੱਗਿਆ ਪੂਰੀ ਕਰੋ ਜੀ। ਸਦਾ ਸਹਾਇਕ ਸੰਸੈ ਨਾਹਿਨ। ਮਹਾਰਾਜ ਇਸ ਗੱਲ ਵਿੱਚ ਸੰਸਾ ਹੀ ਕੋਈ ਨਹੀਂ ਵੀ ਆਪ ਸ਼ਰਨ ਪਿਆ ਹੋਇਆਂ ਦੀ ਮਦਦ ਨਾ ਕਰੋ, ਆਪ ਤਾਂ ਸਦਾ ਸਹਾਇਤਾ ਕਰਦੇ ਹੋ। ਏਮ ਕਹਿ ਸੁਣ ਕੇ ਹੋਏ ਅਸਵਾਰ। ਤੇ ਐਦਾਂ ਮਹਾਰਾਜ ਨੂੰ ਬਚਨ ਕਹਿ ਕੇ ਵਜ਼ੀਰ ਖਾਂ ਘੋੜੇ ਸਵਾਰ ਹੋ ਗਿਆ ਹੈ। ਗਮਨਿਓ ਪੰਥ ਸ਼ੀਘਰਤਾ ਧਾਰ। ਛੇਤੀ ਦੇ ਨਾਲ ਇਥੋਂ ਦਿੱਲੀ ਤੁਰਿਆ ਪਹੁੰਚਿਆ ਹੈ। ਗਇਓ ਸ਼ਾਹੋ ਡਿਗ ਬੈਠਿਓ ਦੇਖ। ਦਿੱਲੀ ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਕੱਲਿਆਂ ਬੈਠਿਆਂ ਵੇਖ ਕੇ ਵਜ਼ੀਰ ਖਾਂ ਮਿਲਿਆ ਜਾ। ਕਰੀ ਬੰਦਗੀ ਨਿਮਰ ਅਭਿਸ਼ੇਖ। ਸਲਾਮ ਕੀਤੀ ਬਾਦਸ਼ਾਹ ਨੂੰ ਬੜਾ ਨਿਮਰਤਾ ਸਹਿਤ ਇਸ ਵਜ਼ੀਰ ਖਾਂ। ਕਹਿਓ ਸ਼ਾਹੋ ਗੁਰ ਕੀ ਸੁਧ ਦੇਹੋ। ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਹਾਂ ਭਾਈ ਵਜ਼ੀਰ ਖਾਂ ਆ ਗਿਆ, ਦੇ ਖਬਰ ਕੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਾਬਤ ਕੀ ਤੂੰ ਖੁਸ਼ੀ ਦੀ ਖਬਰ ਲੈ ਕੇ ਆਇਆ ਹੈ। ਕਰਿਓ ਕਿ ਨਹਿ ਆਵਣ ਲਖ ਨੇਹੋ। ਤੇ ਸਾਡਾ ਪ੍ਰੇਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾਣ ਲਿਆ ਕਿ ਨਹੀਂ, ਤੇਰੇ ਮੂੰਹੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਆਉਣਗੇ ਕਿ ਨਹੀਂ ਆਉਣਗੇ, ਜਰਾ ਸਾਨੂੰ ਦੱਸਣਾ ਕਰ। ਅਧਿਕ ਪ੍ਰਤੀਖਿਆਨ ਮੈਂ ਨਿਤ ਕਰਤਾ। ਜਿੱਦੇ ਦਾ ਤੂੰ ਗਿਆ ਮੈਂ ਤਾਂ ਰੋਜ਼ ਹੀ ਉਸ ਦਿਨ ਦਾ 20 ਵਾਰੀ ਛੱਤ ਤੇ ਚੜ ਚੜ ਕੇ ਵੇਖਦਾ ਮਹਾਰਾਜ ਦਾ ਰਾਹ, ਤੇ ਉਸ ਦਿਨ ਦਾ ਹੀ ਮੈਂ ਵਜ਼ੀਰ ਖਾਂ ਬੜੀ ਪ੍ਰਤੀਖਿਆ ਕਰਦਾ, ਉਡੀਕ ਰਿਹਾ ਹਾਂ। ਦਰਸ਼ਨ ਦੇਹ ਬਿਗਨ ਗਨ ਹਰਤਾ। ਵੀ ਕਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਬਖਸ਼ ਕੇ ਮੇਰੇ ਸਾਰੇ ਬਿਗਨਾਂ ਦਾ ਨਾਸ਼ ਕਰਨਗੇ। ਸੁਨ ਵਜ਼ੀਰ ਖਾਂ ਜੁਗ ਕਰ ਬੰਦ। ਤੇ ਵਜ਼ੀਰ ਖਾਂ ਨੇ ਸਾਧ ਸੰਗਤ ਜੀ ਸੁਣ ਕੇ ਨਾ ਬਾਦਸ਼ਾਹ ਤੋਂ ਤੇ ਦੋਵੇਂ ਹੱਥ ਬੰਨ ਲਏ, ਜੋੜ ਲਏ ਹਨ। ਕਹਿਤ ਸ਼ਾਹੋ ਸੋ ਦੇਤ ਆਨੰਦ। ਤੇ ਆਖਿਆ ਹਾਂ ਬਾਦਸ਼ਾਹ, ਤੋ ਗੁਰੂ ਹਰਗੋਬਿੰਦ ਸਾਹਿਬ ਤਾਂ ਸਦਾ ਸਾਰਿਆਂ ਨੂੰ ਆਨੰਦ ਦੇਣ ਵਾਲੇ ਹੈ। ਜਾਂ ਬੜੇ ਆਨੰਦ ਦਿੰਦਾ ਹੋਇਆ ਵਜ਼ੀਰ ਖਾਂ ਬਾਦਸ਼ਾਹ ਨੂੰ ਕਹਿਣ ਲੱਗਿਆ ਹੈ, ਸਦਾ ਚਾਹਤ ਹੈ ਕੁਸ਼ਲ ਤੁਮਾਰੇ। ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਬਾਦਸ਼ਾਹ ਸਦਾ ਹੀ ਤੁਹਾਡੀ ਖੁਸ਼ੀ ਚਾਹੁੰਦੇ ਆ, ਸਦਾ ਤੁਹਾਡੀ ਰਾਜੀ ਚਾਹੁੰਦੇ ਆ, ਤੁਹਾਡੀ ਤੰਦਰੁਸਤੀ ਲੋਚਦੇ ਹਨ। ਕਿਰਪਾ ਭਰੇ ਗੁਰ ਬਾਖ ਉਚਾਰੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਬਾਦਸ਼ਾਹ ਜੀ ਕਿਰਪਾ ਦੇ ਨਾਲ ਭਰੇ ਹੋਏ ਸਾਨੂੰ ਇਹ ਬਚਨ ਆਖੇ ਆ ਵੀ ਤੁਹਾਡੇ ਤੇ ਬੜੀ ਕਿਰਪਾ, ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸੰਨ ਹਨ ਤੁਹਾਡੇ ਤੋਂ। ਪਰਿਓ ਕਾਜ ਅਬ ਐਸੋ ਆਏ। ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੈਂ ਲੈ ਤਾਂ ਆਉਣਾ ਸੀ ਬਾਦਸ਼ਾਹ,
ਪਰ ਵਿੱਚ ਹੁਣ ਇੱਕ ਹੋਰ ਕੰਮ ਆਣ ਪੈ ਗਿਆ ਹੈ। ਕਰਨੋ ਕਠਨ ਸੋ ਜਾਣਿਓ ਤੇ ਜਾਏ। ਉਹ ਕੰਮ ਤਾਂ ਹੁਣ ਔਖਾ ਹੈ ਬਾਦਸ਼ਾਹ, ਮੇਰੇ ਵਾਸਤੇ ਤਾਂ ਬੜਾ ਹੀ ਔਖਾ ਕਰਨਾ ਜਾਣਿਆ ਜਾਂਦਾ ਹੈ। ਤੁਮਰੇ ਕਹੇ ਬਿਨਾ ਨਹਿ ਵੀ ਹੋਏ। ਜਿਵੇਂ ਮੈਂ ਮਹਾਰਾਜ ਨੂੰ ਲੈਣ ਗਿਆ ਸੀਗਾ, ਉਹ ਬਾਦਸ਼ਾਹ ਜਿਹੜਾ ਕੰਮ ਵਿੱਚ ਪੈ ਗਿਆ, ਮਹਾਰਾਜ ਦੇ ਇੱਥੇ ਆਉਣ ਵਿੱਚ ਜਿਹੜੀ ਰੋਕ ਪੈ ਗਈ ਹੈ, ਜੇ ਮੇਰੇ ਵੱਸ ਹੁੰਦਾ ਤੇ ਮੈਂ ਜ਼ਰੂਰ ਕਰਕੇ ਮਹਾਰਾਜ ਨੂੰ ਲੈ ਆਉਂਦਾ, ਪਰ ਉਹ ਕੰਮ ਹੀ ਬਾਦਸ਼ਾਹ ਜੀ ਤੁਹਾਡੇ ਹੁਕਮ ਤੇ ਹੋਣ ਵਾਲਾ, ਤੁਹਾਡੇ ਕਰਨ ਵਾਲਾ ਹੈ। ਨਦ ਲਿਆਵਤ ਮੈਂ ਕਰਕੇ ਸੋਏ। ਤੁਹਾਡੇ ਬਿਨਾ ਨਹੀਂ ਹੋਣ ਵਾਲਾ। ਜੇ ਮੇਰੇ ਵੱਸ ਦੀ ਗੱਲ ਹੁੰਦੀ ਤੇ ਮੈਂ ਉਹ ਕਾਰਜ ਜਿਹੜਾ ਵਿੱਚ ਪੈ ਗਿਆ, ਮਹਾਰਾਜ ਨੇ ਆਖਿਆ ਉਹ ਮੈਂ ਪੂਰਾ ਕਰਕੇ ਬਚਨ ਤੇ ਸੱਚੇ ਪਾਤਸ਼ਾਹ ਨੂੰ ਆਪਦੇ ਨਾਲ ਲੈ ਕੇ ਆਉਣਾ ਸੀ। ਮਹਿ ਪਾਲਕ ਕੈਦੀ ਸਮੁਦਾਏ। ਬਾਦਸ਼ਾਹ ਪੁੱਛਦਾ ਇਹੋ ਜਿਹਾ ਕਿਹੜਾ ਕੰਮ ਪੈ ਗਿਆ ਵਜ਼ੀਰ ਖਾਂ, ਵੀ ਮਹਾਰਾਜ ਆਏ ਨਹੀਂ ਸਾਡੇ ਪਾਸ। ਤੋ ਵਜ਼ੀਰ ਖਾਂ ਫਿਰ ਕਹਿੰਦਾ ਹੱਥ ਜੋੜ ਕੇ, ਬਾਦਸ਼ਾਹ ਕੰਮ ਇਹ ਹੈ ਵੀ ਜਿੰਨੇ ਰਾਜੇ ਕੈਦੀ ਆ ਨਾ ਉੱਥੇ ਗਵਾਲੀਅਰ ਦੇ ਕਿਲੇ ਵਿੱਚ, ਜੋ ਰਾਜੇ ਕੈਦ ਹਨ, ਪਰੇ ਸ਼ਰਨ ਸਤਿਗੁਰ ਕੀ ਧਾਏ। ਤੇ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਮੱਲ ਲਈ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਬਣ ਬੈਠੇ ਹਨ। ਆਪਣੋ ਬਿਰਦ ਵਿਚਾਰਨ ਕੀਨ। ਤੇ ਇਧਰ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਹੈ, ਇਹਨਾਂ ਨੇ ਧਰਮ ਹੈ ਇਹਨਾਂ ਦਾ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਇਹਨਾਂ ਦਾ ਜਿਹੜਾ ਹੈ ਉਹ ਬਿਰਦ ਰਹਿਆ, ਧਰਮ ਰਹਿਆ, ਇਸ ਘਰ ਦੀ ਵਡਿਆਈ ਰਹੀ ਹੈ। ਨਹੀਂ ਦੁਰਗ ਪਗ ਬਾਹਰ ਦੀਨ। ਵੀ ਜਿਹੜਾ ਇਹਨਾਂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਚਾਹੇ ਪਾਪੀ ਹੈ ਤੇ ਚਾਹੇ ਪੁੰਨੀਏ, ਵਿਚਾਰਦੇ ਨਹੀਂ। ਗੁਰੂ ਨਾਨਕ ਪਾਤਸ਼ਾਹ ਦੇ ਘਰ ਜਿਹੜਾ ਚਰਨੀ ਡਿੱਗ ਪਿਆ, ਮਹਾਰਾਜ ਉਹਦੀ ਲਾਜ ਜ਼ਰੂਰ ਰੱਖਦੇ ਆ, ਖਾਲੀ ਨਹੀਂ ਮੋੜਦੇ। ਇਹਨਾਂ ਦੇ ਘਰ ਦਾ ਧਰਮ ਹੈ ਬਾਦਸ਼ਾਹ। ਤੁਹਾਨੂੰ ਪਤਾ ਹੋਣਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨੀ ਜਿਹੜੇ ਵੈ ਉਹ ਜਿਸ ਤਰ੍ਹਾਂ ਖੁਸਰੋ ਪੈ ਗਿਆ ਸੀ ਤੇ ਮਹਾਰਾਜ ਨੇ ਲਾਜ ਰੱਖੀ ਸੀ। ਇਸ ਤੋਂ ਬਿਨਾਂ ਬੇਅੰਤ ਬਾਦਸ਼ਾਹ ਤੁਹਾਡੇ ਪੜਦਾਦੇ ਬਾਬਰ ਵਰਗੇ ਭਾਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਕੈਦੀ ਬਣਾਇਆ ਸੀ ਤੇ ਮਹਾਰਾਜ ਜੋ ਚਾਹੁੰਦੇ ਕਰ ਸਕਦੇ ਸੀ, ਪਰ ਜਦੋਂ ਤੁਹਾਡੇ ਪੁਰਖੇ ਬਾਬਰ ਵਰਗੇ ਆਪਣਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨੀ ਪੈ ਗਏ ਤੇ ਮਹਾਰਾਜ ਨੇ ਤਾਂ ਉਹਨੂੰ ਖਾਲੀ ਨਹੀਂ ਮੋੜਿਆ, ਤੇ ਰਾਜਿਆਂ ਨੂੰ ਕਿਵੇਂ ਮੋੜ ਦੇਣ। ਇਹਨਾਂ ਦੇ ਘਰ ਦੀ ਇਹ ਆਦਤ ਹੈ, ਜਿਹੜਾ ਮਹਾਰਾਜ ਦੇ ਚਰਨੀ ਪੈ ਜਾਂਦਾ ਹੈ ਇਹ ਉਹਦੀ ਲਾਜ ਰੱਖਦੇ ਹੈ। ਇਸ ਕਰਕੇ ਇਹ ਬਾਦਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮੰਨ ਨਹੀਂ ਰਹੇ, ਕਿਲੇ ਚੋਂ ਬਾਹਰ ਪੈਰ ਨਹੀਂ ਪਾ ਰਹੇ ਹਨ। ਜੇਕਰ ਇਹ ਸਗਰੇ ਛੁੱਟ ਜਾਏ। ਉਹਨਾਂ ਦਾ ਬਚਨ ਹੈ ਵੀ ਜੇਕਰ ਬਾਦਸ਼ਾਹ ਨੂੰ ਕਹੋ ਵੀ ਇਹ ਸਾਰੇ ਰਾਜੇ ਜਿੰਨੇ ਕੈਦ ਵਿੱਚ ਆ ਸਾਰੇ ਛੁੱਟ ਜਾਣ, ਇਹਨਾਂ ਨੂੰ ਰਿਹਾ ਕੀਤਾ ਜਾਵੇ, ਤਾਂ ਹਮਰੋ ਚਲਬੋ ਬਨ ਆਏ। ਤੇ ਬਾਦਸ਼ਾਹ ਨੂੰ ਆਖੋ ਵੀ ਅਸੀਂ ਫੇਰ ਆਵਾਂਗੇ, ਫੇਰ ਅਸੀਂ ਦਿੱਲੀ ਆਵਾਂਗੇ, ਆਏ ਇਹਨਾਂ ਨੂੰ ਨਾਲ ਲੈ ਕੇ ਆਵਾਂਗੇ, ਇਹਨਾਂ ਨੂੰ ਪਹਿਲਾਂ ਛੱਡਣਾ ਪਵੇਗਾ। ਨਾਹੇ ਤਾਂ ਬੈਠੇ ਹਮ ਇਸ ਥਾਨ। ਤੇ ਮਹਾਰਾਜ ਕਹਿੰਦੇ ਵੀ ਨਹੀਂ ਛੱਡਣਾ ਤੇ ਫਿਰ ਅਸੀਂ ਇੱਥੇ ਹੀ ਗਵਾਲੀਅਰ ਵਿੱਚ ਚੌਂਕੜਾ ਲਾ ਕੇ ਬੈਠੇ ਹੋਏ ਹਾਂ। ਸਿਮਰਹਿ ਸ਼੍ਰੀ ਨਾਨਕ ਭਗਵਾਨ। ਅਸੀਂ ਤਾਂ ਸਿਮਰ ਨਹੀਂ ਕਰਨਾ, ਇੱਥੇ ਗਵਾਲੀਅਰ ਦੇ ਕਿਲੇ 'ਚ ਬਹਿ ਕੇ ਕਰੀ ਜਾਵਾਂਗੇ, ਗੁਰੂ ਨਾਨਕ ਸਾਹਿਬ ਪਰਮੇਸ਼ਰ ਨੂੰ ਯਾਦ ਕਰੀ ਜਾਵਾਂਗੇ। ਸੁਣਤ ਸ਼ਾਹੋ ਨੇ ਹਿਰਦੈ ਵਿਚਾਰੀ। ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ। ਹਿਰਦੇ ਵਿੱਚ ਬਾਦਸ਼ਾਹ ਨੇ ਇਸ ਤਰ੍ਹਾਂ ਵਿਚਾਰਿਆ ਹੈ। ਕਰੀ ਮੁਹਿੰਮ ਲੱਗਿਓ ਤਨ ਭਾਰੀ। ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਵਜ਼ੀਰ ਖਾਂ ਦੇ ਰਾਹੀਂ ਆਏ ਜਿਹੜੇ, ਬਾਦਸ਼ਾਹ ਸੋਚਦਾ ਵੀ ਹੁਣ ਮੈਂ ਕਿਵੇਂ ਛੱਡ ਦਿਆਂ ਭਲਾ ਇਹਨਾਂ ਸਾਰਿਆਂ ਨੂੰ। ਕਹਿੰਦਾ ਇਹ ਵਜ਼ੀਰ ਖਾਂ ਵੀ ਜਿਹੜੇ ਰਾਜੇ ਫੜੇ ਆ ਨਾ, ਮੈਂ ਬੜੀ ਵੱਡੀ ਮੁਹਿੰਮ ਕੀਤੀ ਸੀ, ਭਾਵ ਵੀ ਮੇਰੇ ਪਿਤਾ ਅਕਬਰ ਨੇ, ਉਸ ਤੋਂ ਬਾਅਦ ਮੈਂ ਵੀ ਭਾਰਤ ਸਾਧ ਸੰਗਤ ਜੀ ਨਾ, ਪਹਿਲਾਂ ਹਿੰਦੁਸਤਾਨ ਛੋਟੀਆਂ ਛੋਟੀਆਂ ਰਿਆਸਤਾਂ ਸੀਗਾ, ਦੇਸ਼ ਕੋਈ ਨਹੀਂ ਸੀ ਹੈ। ਇਹਨਾਂ ਰਿਆਸਤਾਂ ਨੂੰ ਜਦੋਂ ਬਾਬਰ ਕੇ ਇੱਧਰ ਆਏ ਆ ਨਾ, ਤੋ ਇਹਨਾਂ ਨੇ ਫਿਰ ਰਿਆਸਤਾਂ ਭੰਨ ਭੰਨ ਕੇ ਆਪਦਾ ਦਾਇਰਾ ਵੱਡਾ ਕਰਨਾ ਸ਼ੁਰੂ ਕਰ ਦਿੱਤਾ। ਤੇ ਰਾਜਧਾਨੀ ਤਾਂ ਦਿੱਲੀ ਹੋਈ ਸੀ, ਪਰ ਰਿਆਸਤਾਂ ਸੀ ਦੂਜੀਆਂ ਸਾਰੀਆਂ। ਤੇ ਅਕਬਰ ਨੇ ਬੜੀਆਂ ਰਿਆਸਤਾਂ ਤੋੜ ਕੇ ਤੇ ਫਿਰ ਉਹ ਹਿੰਦੁਸਤਾਨ ਜਿਵੇਂ ਇੱਕ ਇਕੱਠਾ ਕਰ ਦੇਣਾ ਸਾਰਾ, ਉਹ ਰਿਆਸਤਾਂ ਭੰਨ ਭੰਨ ਕੇ ਇੱਕੋ ਰਾਜ ਬਣਾਉਣ ਲੱਗ ਪਏ। ਤੇ ਉਹ ਜਿਹੜੇ ਫਿਰ ਬਗਾਲ ਲੜ ਪੈਂਦੇ ਸੀ, ਜਿਹੜੇ ਕੋਈ ਆਪ ਹੀ ਸਮਰਥਨ ਦੇ ਦਿੰਦੇ ਸੀ, ਹਥਿਆਰ ਸੁੱਟ ਦਿੰਦੇ ਸੀ, ਉਹਨਾਂ ਨੂੰ ਕੋਈ ਥੋੜ੍ਹੀ ਬਹੁਤੀ ਪੈਨਸ਼ਨ ਦੇ ਰੂਪ ਵਿੱਚ ਤਨਖਾਹ ਜੀ ਦੇ ਕੇ ਤੇ ਕੁਝ ਥੋੜ੍ਹੀ ਜਗੀਰ ਦੇ ਦਿੰਦੇ ਸੀ, ਬਾਕੀ ਰਾਜ ਖੋਹ ਲੈਂਦੇ ਸੀ ਰਾਜੇ। ਇਹਨਾਂ ਬਾਬਰਕਿਆਂ ਜਾਂ ਅਕਬਰਕਿਆਂ ਖੋਇਆ। ਤੇ ਜਿਹੜੇ ਕੋਈ ਅਣਖੀ ਹੁੰਦੇ, ਗੈਰਤਮੰਦ ਜਿਹੜੇ ਰਾਜੇ ਸੀ, ਉਹ ਨਹੀਂ, ਫਿਰ ਉਹ ਕਹਿੰਦੇ ਹੁੰਦੇ ਸੀ ਵੀ ਨਹੀਂ ਭਾਈ ਮਰ ਜਾਵਾਂਗੇ ਪਰ ਰਾਜ ਨਹੀਂ ਦੇਣਾ। ਕਈਆਂ ਸਾਧ ਸੰਗੀ ਹਿੰਦੁਸਤਾਨ ਦੇ ਰਜਵਾੜਿਆਂ ਨੇ ਆਪਣੀਆਂ ਧੀਆਂ ਦੇ ਡੋਲੇ ਦਿੱਤੇ ਸੀ ਮੁਗਲਾਂ ਨੂੰ, ਰਾਜ ਬਚਾਉਣ ਵਾਸਤੇ, ਜਾਨ ਬਚਾਉਣ ਵਾਸਤੇ। ਤੇ ਕਈ ਜਿਹੜੇ ਕੋਈ ਗੈਰਤਮੰਦ ਸੀਗੇ ਉਹਨਾਂ ਨਾ ਮੰਨੀ ਈਣ, ਤੇ ਜਿਹੜੇ ਗੈਰਤਮੰਦ ਸੀ ਫਿਰ ਉਹ ਕੁਝ ਮਾਰ ਦਿੱਤੇ ਗਏ, ਕੁਝ ਨੂੰ ਬੰਦੀ ਬਣਾ ਲਿਆ ਸੀ। 52 ਰਾਜੇ ਉਹ ਸੀ ਜਿਨ੍ਹਾਂ ਨੇ
ਇਹਨਾਂ ਦੇ ਅੱਗੇ ਹਥਿਆਰ ਨਹੀਂ ਸੀ ਛੁੱਟੇ, ਇਹ ਅਕਬਰ ਤੇ ਜਹਾਂਗੀਰ ਦੇ ਅੱਗੇ। ਤੋ ਇਹ ਬਾਦਸ਼ਾਹ ਕਹਿੰਦਾ ਵਜ਼ੀਰ ਖਾਂ ਵੀ ਅਸੀਂ ਬੜੇ ਔਖੇ ਹੋ ਕੇ ਬੜੇ ਵੱਡੇ ਮੁਹਿੰਮਾਂ, ਬੜਾ ਧਨ, ਲੱਖਾਂ ਮਾਇਆ, ਅਰਬ ਖਰਬ ਖਰਚ ਕੇ ਸਾਰੇ ਪਕੜੇ ਸਨ, ਕੈਦ ਕੀਤੇ ਐ। ਮਰਿਓ ਬ੍ਰਿੰਦ ਲਸ਼ਕਰ ਤਿਸ ਕਾਲ। ਤੇ ਕਈ ਸਾਲ ਲੱਗ ਗਏ ਸੀ ਸਾਨੂੰ ਤੇ ਰਾਜੇ ਫੜਨ ਵਾਸਤੇ, ਕਈ ਜੰਗ ਯੁੱਧ ਕਰਨੇ ਪਏ, ਸਾਡੇ ਲਸ਼ਕਰਾਂ ਦੇ ਲਸ਼ਕਰ, ਲੱਖਾਂ ਫੌਜ ਸਾਡੀ ਮਰ ਗਈ ਸੀ। ਤਬ ਪਕੜੇ ਦੁਰਬ੍ਰਿਤ ਮਹਿਪਾਲ। ਤੇ ਬਗਾਵਤੀ ਰਾਜੇ ਫੇਰ ਜਾ ਕੇ ਕਿਤੇ ਅਸਾਂ ਪਕੜੇ ਹੱਥ ਆਏ ਸਨ। ਹੋਏ ਮਵਾਸੀ ਦੇਸ਼ ਵਿਗਾਰ ਹੈ। ਤੇ ਜੇ ਹੁਣ ਅਸੀਂ ਇਹਨਾਂ ਨੂੰ ਰਿਹਾ ਕਰ ਦਿੱਤਾ ਤੇ ਵੇਖ ਵਜ਼ੀਰ ਖਾਂ ਤੂੰ ਆਪ ਸੋਚ ਵੀ ਇਹਨਾਂ ਨੇ ਫਿਰ ਜਾ ਕੇ ਫੌਜ ਇਕੱਠੀ ਕਰਕੇ ਬਗਾਵਤ ਕਰ ਦੇਣੀ, ਸਾਡਾ ਸਾਰਾ ਰਾਜ ਭਾਗ ਵਿਗਾੜ ਕੇ ਰੱਖ ਦੇਣਗੇ। ਲੂਟ ਕੂਟ ਮਮ ਨਗਰ ਉਜਾੜ ਹੈ। ਸਾਡੇ ਨਗਰ ਉਜੜ ਜਾਣਗੇ, ਸਾਡਾ ਰਾਜ ਭਾਗ ਸਲਾਮਤ ਨਹੀਂ ਰਹਿਣਾ ਜੇ ਅਸੀਂ ਇਹਨਾਂ ਨੂੰ ਰਿਹਾ ਕਰ ਦਿੱਤਾ। ਬੜੀ ਲੁੱਟ ਮਾਰ ਕਰਨਗੇ, ਕੱਟ ਵੱਢ ਕਰ ਦੇਣਗੇ। ਅਨੇਕ ਜਤਨ ਤੇ ਬਲ ਬਹ ਲਾਏ। ਇਹਨਾਂ ਨੂੰ ਬੜੇ ਯਤਨ ਲਾ ਕੇ ਬੜਾ ਬਲ, ਧਨ, ਫੌਜ ਮਰਵਾ ਕੇ ਅਸਾਂ ਨੇ ਪਕੜਿਆ ਹੈ। ਦੁਸ਼ਟ ਮਹੀਪਤ ਤਬ ਪਕੜਾਏ। ਇਹ ਰਾਜੇ ਬੜੇ ਔਖੇ ਹੋ ਕੇ ਅਸਾਂ ਨੇ ਕੈਦ ਵਿੱਚ ਪਾ ਕੇ ਗਵਾਲੀਅਰ ਵਿੱਚ ਸੁੱਟੇ ਹੋਏ ਆ। ਕਿਮ ਸ਼ੋਰਨ ਅਬ ਤਿਨ ਕੋ ਹੋਏ। ਤੇ ਤੂੰ ਦੱਸ ਵਜ਼ੀਰ ਖਾਂ ਵੀ ਇਹਨਾਂ ਨੂੰ ਕਿਵੇਂ ਛੱਡੀਏ ਭਲਾ, ਇੰਨਾ ਦਿੱਕਤ ਦੇ ਨਾਲ ਕਿੰਨੀ ਫੌਜ ਮਰਵਾ ਕੇ ਰਾਜੇ ਅਸਾਂ ਨੇ ਕੈਦ ਕੀਤੇ, ਭਲਾ ਕਿਵੇਂ ਇਹਨਾਂ ਨੂੰ ਅਸੀਂ ਜਿਹੜਾ ਵਾ ਆਜ਼ਾਦ ਕਰ ਦਈਏ ਹੁਣ। ਦੰਡ ਉਚਿਤ ਅਪਰਾਧੀ ਜੋਏ। ਇਹ ਤਾਂ ਅਪਰਾਧੀ ਹੈ, ਸਾਡੇ ਹਕੂਮਤ ਦੇ ਬਗਾਵਤੀ ਹੈ, ਤੇ ਇਹਨਾਂ ਨੂੰ ਦੰਡ ਮਿਲਣਾ ਹੀ ਯੋਗ ਹੈ। ਸਾਰੀ ਉਮਰ ਸੜਨਾ ਚਾਹੀਦਾ ਇਹਨਾਂ ਨੂੰ ਕੈਦ ਦੇ ਅੰਦਰ। ਨਿਕਸ ਕੈਦ ਤੇ ਪਾਏ ਫਤੂਰ। ਤੇ ਜੇ ਇਹਨਾਂ ਨੂੰ ਰਿਹਾ ਕਰ ਦਿੱਤਾ ਤੇ ਕੈਦ ਚੋਂ ਬਾਹਰ ਆ ਕੇ ਬੜਾ ਫਤੂਰ ਮਚਾਉਣਗੇ, ਬੜੀ ਗਰਦ ਉਠਾਉਣਗੇ। ਕੇਤਕ ਦੇਸ਼ ਮਿਲਾਵਹਿ ਧੂਰ। ਸਾਡੇ ਕਈ ਦੇ ਕਈ ਦੇਸ਼ ਹੀ ਇਹਨਾਂ ਨੇ ਧੂੜੀ ਵਿੱਚ ਮਿਲਾ ਦੇਣੇ, ਇਹਨਾਂ ਨੇ ਰਿਆਸਤਾਂ ਕਾਇਮ ਕਰਕੇ ਤੇ ਫਿਰ ਸਾਡਾ ਰਾਜ ਭਾਗ ਨੂੰ ਢਾਹ ਲਾ ਦੇਣੀ ਹੈ। ਸੁਣ ਵਜ਼ੀਰ ਖਾਂ ਗਿਰਾ ਉਚਾਰੀ। ਇਹ ਵਜ਼ੀਰ ਖਾਂ ਸਾਧ ਸੰਗਤ ਦੀ ਬੜਾ ਸਿਆਣਾ ਵਜ਼ੀਰ ਸੀਗਾ। ਇਹਨੇ ਬਾਦਸ਼ਾਹ ਜਹਾਂਗੀਰ ਨੂੰ ਫਿਰ ਇਉਂ ਬੇਨਤੀ ਕੀਤੀ ਹੈ ਰਾਵਰ ਕੋ ਪ੍ਰਤਾਪ ਹੈ ਭਾਰੀ। ਵੀ ਸ਼ਾਹ ਜਹਾਂ ਬਾਦਸ਼ਾਹ ਸਲਾਮਤ, ਅਸਲ ਵਿੱਚ ਤੁਹਾਡਾ ਜਿਹੜਾ ਪ੍ਰਤਾਪ ਹੈ ਉਹ ਬੜਾ ਭਾਰੀ ਹੈ, ਬੜਾ ਤੇਜ ਪ੍ਰਤਾਪ ਹੈ ਤੁਹਾਡਾ ਸੰਸਾਰ ਤੇ। ਕਰੇ ਜੋਰ ਕੋ ਅਰੈ ਨ ਆਗੇ। ਵੀ ਤੁਹਾਡਾ ਇੰਨਾ ਪ੍ਰਤਾਪ ਹੈ ਵੀ ਜੇ ਰਾਜੇ ਰਿਹਾ ਵੀ ਕਰ ਦਿੱਤੇ ਉੱਠ ਹੀ ਨਹੀਂ ਸਕਦੇ, ਹੁਣ ਜ਼ੋਰ ਲਾ ਵੀ ਲੈਣ ਤੇ ਤਾਂ ਵੀ ਤੁਹਾਡੇ ਅੱਗੇ ਨਹੀਂ ਅੜ ਸਕਦੇ ਹਨ। ਸੁਨਹਿ ਨਾਮ ਤਾ ਦੁਸ਼ਮਨ ਭਾਗੇ। ਕਿਉਂਕਿ ਤੁਹਾਡਾ ਮੁਕਾਬਲਾ ਕਰਨ ਵਾਸਤੇ ਇਹਨਾਂ ਦਾ ਸਾਥ ਕੌਣ ਦੇਵੇਗਾ? ਭਾਰਤ 'ਚ ਕਿਸੇ ਨੇ ਇਹਨਾਂ ਦਾ ਸਾਥ ਨਹੀਂ ਦੇਣਾ। ਤੁਹਾਡਾ ਨਾਮ ਸੁਣ ਕੇ ਦੁਸ਼ਮਣ ਭੱਜ ਜਾਂਦੇ ਆ। ਤੁਮ ਤਨ ਕੀ ਕਰ ਖੈਰ ਖੁਦਾਏ। ਤੇ ਜੇ ਤੁਸੀਂ ਨਾ ਛੱਡੋਗੇ ਤੇ ਨਾ ਜਾਣੀਏ ਕੋਈ ਗੱਲ ਬਣ ਗਈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਨਹੀਂ ਆਉਣਾ ਹੈ, ਤੇ ਫਿਰ ਬਾਦਸ਼ਾਹ ਜੀ ਕੀ ਕਰਾਂਗੇ? ਚਾਹੀਦਾ ਤੇ ਹੈ ਵੀ ਤੁਹਾਡੇ ਸਰੀਰ ਦੀ ਖੈਰ ਹੀ ਕਦੇ ਖੁਦਾ, ਜੇ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਇਸਕੇ ਸਾਹਮਣੇ ਵਸਤ ਕਾਏ। ਇਹ ਰਾਜ ਭਾਗ ਵੀ ਸਰੀਰ ਦੀ ਤੰਦਰੁਸਤੀ ਦੀ ਬਰਾਬਰੀ ਨਹੀਂ ਕਰਦੇ ਬਾਦਸ਼ਾਹ। ਜੇ ਤੁਹਾਡਾ ਸਰੀਰ ਸਲਾਮਤ ਹੈ ਤੇ ਰਾਜ ਭਾਗ ਉਹਦੇ ਸਾਹਮਣੇ ਕੁਝ ਨਹੀਂ ਹੈ। ਜੀਵਨ ਲਗ ਹੈ ਸਕਲ ਸਮਾਜ। ਕਿਉਂਕਿ ਜਿੰਨਾ ਚਿਰ ਬੰਦਾ ਜਿਉਂਦਾ ਉਹਨਾਂ ਚਿਰ ਹੀ ਰਾਜ ਭਾਗ ਸੋਭਦੇ, ਮੁਰਦੇ ਦੇ ਰਾਜ ਭਾਗ ਕਿਸ ਕੰਮ ਹੁੰਦੇ ਆ। ਦੇਸ਼ ਕੋਸ਼ ਸੈਨਾ ਸਭ ਰਾਜ। ਰਾਜ ਕੀ ਕਰਨਾ ਜੇ ਸਰੀਰ ਦੀ ਤੰਦਰੁਸਤੀ ਜਾਂ ਸਰੀਰ ਹੀ ਨਹੀਂ ਰਿਹਾ ਬਾਦਸ਼ਾਹ, ਤੇ ਰਾਜ ਕੀ ਕਰਨਾ? ਕੀ ਕਰਨੇ ਦੇਸ਼ਾਂ ਦੇ ਦੇਸ਼, ਕੀ ਖਜ਼ਾਨੇ ਕਰਨੇ ਆ, ਕੀ ਸੈਨਾ ਕਰਨੀ ਹੈ। ਨਿਜ ਸਰੀਰ ਕੀ ਕੁਸ਼ਲ ਵਿਚਾਰੋ। ਇਸ ਕਰਕੇ ਤੁਹਾਨੂੰ ਚਾਹੀਦਾ ਹੈ ਵੀ ਪਹਿਲਾਂ ਆਪਦੇ ਸਰੀਰ ਦੀ ਤੰਦਰੁਸਤੀ, ਸਰੀਰ ਦੀ ਸੁੱਖ ਸਾਂਦ ਤੁਹਾਨੂੰ ਵਿਚਾਰਨੀ ਚਾਹੀਦੀ, ਬਾਕੀ ਸਭ ਕੁਝ ਫੇਰ ਸੋਚ ਲੈਣਾ। ਅਪਰਨਾ ਹਿਰਦੇ ਕਛੂ ਸੁਖ ਭਾਨੋ। ਆਪਰਨਾ ਹਿਰਦੇ ਕਛੂ ਤੁਮ ਧਾਰੋ। ਹੋਰ ਕੁਝ ਵੀ ਆਪਦੇ ਮਨ ਵਿੱਚ ਨਾ ਤੁਸੀਂ ਵਿਚਾਰੋ। ਤੁਹਾਨੂੰ ਚਾਹੀਦਾ ਹੈ ਵੀ ਪਹਿਲਾਂ ਆਪਦੀ ਤੰਦਰੁਸਤੀ ਬਹਾਲ ਕਰੋ। ਜੇ ਨਾ ਰਾਜੇ ਛੱਡੇ ਮਹਾਰਾਜ ਨਹੀਂ ਆਉਣੇ, ਸਤਿਗੁਰੂ ਨਾ ਆਏ ਤੇ ਤੁਹਾਨੂੰ ਹੀ ਪਤਾ ਤੁਹਾਡਾ ਕੀ ਹਾਲ ਹੋਵੇਗਾ। ਨਰ ਤਨ ਦੁਰਲਭ ਪੁਨ ਅਸ ਹੋਨ। ਇਸ ਲਈ ਬਾਦਸ਼ਾਹ ਜਿਹੜਾ ਮਨੁੱਖਾ ਦੇਹੀ ਹੈ ਦੁਰਲਭ ਮਿਲਣ ਵਾਲੀ ਹੈ, ਬੜਾ ਔਖਾ ਪ੍ਰਾਪਤ ਹੁੰਦਾ ਏ, ਫੇਰ ਨਹੀਂ ਕਿਤੇ ਮਿਲਦੇ ਆ। ਜੇ ਹੁਣ ਕੁਝ ਹੋ ਗਿਆ ਤਾਂ ਜਹਾਂ ਪਨਾਹ ਸਕਲ ਸੁਖ ਪਾਉਨ। ਜਾ ਪਨਾ ਗੁਰੂ ਹਰਗੋਬਿੰਦ ਸਾਹਿਬ ਤਾਂ ਸਾਰੇ ਸੁੱਖਾਂ ਦਾ ਘਰ ਹੈ, ਤੇ ਜੇ ਸਰੀਰ ਤੁਹਾਡਾ ਤੰਦਰੁਸਤ ਰਹਿੰਦਾ ਮਹਾਰਾਜ ਦੀ ਮਿਹਰ ਸਦਕਾ, ਤੇ ਹੋਰ ਤੁਹਾਨੂੰ ਕੀ ਚਾਹੀਦਾ? ਰਾਜ ਭਾਗ ਵੀ ਤੁਹਾਡਾ ਤਾਂ ਹੀ ਬਚਣਾ ਜੇ ਤੁਸੀਂ ਜਿਉਂਦੇ ਰਹੋਗੇ। ਇਹ ਫਰੇਬ ਸਭ ਚੰਦੂ ਕਰੇ। ਤੇ ਹੁਣ ਵੇਖੀਏ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਗਏ, ਹੁਣ ਤੁਹਾਨੂੰ ਵੇਖੋ ਰਾਜੇ ਛੱਡਣੇ ਪੈਂਦੇ ਪਏ ਆ, ਤੇ ਮਹਾਰਾਜ ਨਾ ਜਾਂਦੇ ਕਿਲੇ 'ਚ ਤੇ ਆਪੇ ਰਾਜੇ ਨਾ ਛੱਡਣੇ ਪੈਂਦੇ।
ਇਹ ਸਾਰਾ ਜਿਹੜਾ ਫਰੇਬ ਹੈ ਨਾ ਕੀਤਾ ਹੋਇਆ, ਸਾਰੇ ਜਿੰਨੇ ਉਪਦਰਵ ਖੜੇ ਕੀਤੇ ਹੋਏ ਆ, ਜਿੰਨੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਬਾਦਸ਼ਾਹ, ਇਹ ਸਾਰੀਆਂ ਚੰਦੂ ਦੀਆਂ ਕੀਤੀਆਂ ਹਨ। ਦੁਰਗ ਜੋ ਅਸ ਮਹਿ ਸਤਿਗੁਰ ਬਰੇ। ਵੀ ਆ ਜਿਹੜੇ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਘੱਲਣ ਦੀ ਸਕੀਮ ਕਿਹਦੀ ਸੀ ਬਾਦਸ਼ਾਹ? ਉਹ ਵੀ ਤਾਂ ਐਸੇ ਪਾਪੀ ਚੰਦੂ ਦੀ ਹੈ ਸੀ। ਅਬ ਤਾ ਕਰਨ ਬਣਤ ਹੈ ਤੈਸੇ। ਇਸ ਲਈ ਹੁਣ ਜੇ ਗੁਰੂ ਹਰਗੋਬਿੰਦ ਸਾਹਿਬ ਵੜ ਗਏ ਆ ਗਵਾਲੀਅਰ ਦੇ ਕਿਲੇ ਵਿੱਚ, ਤੇ ਉਹਨਾਂ ਨੇ ਉਹਨਾਂ ਨੂੰ ਲਏ ਬਿਨਾਂ ਬਾਹਰ ਨਹੀਂ ਆਉਣਾ, ਕੈਦੀ ਰਾਜਿਆਂ ਨੂੰ। ਹੁਣ ਤਾਂ ਉਸੇ ਤਰ੍ਹਾਂ ਹੀ ਤੁਹਾਨੂੰ ਕਰਨਾ ਪਵੇਗਾ। ਸ੍ਰੀ ਹਰਗੋਬਿੰਦ ਉਚਰੈ ਜੈਸੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣਗੇ ਨਾ ਬਾਦਸ਼ਾਹ, ਹੁਣ ਤਾਂ ਉਸੇ ਤਰ੍ਹਾਂ ਹੀ ਕਰਨਾ ਬਣਦਾ ਹੈ। ਪਹਿਲਾਂ ਹੀ ਚਾਹੀਦਾ ਸੀ ਚੰਦੂ ਵਰਗੇ ਨਾ ਇੱਧਰਲੇ ਪਾਸੇ ਤੁਰਦੇ, ਹੁਣ ਤਾਂ ਮਹਾਰਾਜ ਲੈ ਕੇ ਹੀ ਬਾਹਰ ਨਿਕਲਣਗੇ, ਤੁਹਾਨੂੰ ਮੰਨਣਾ ਹੀ ਪਵੇਗਾ। ਗੁਰ ਪ੍ਰਤਕੂਲ ਆਪ ਜਬ ਹੋਵਹੁ। ਤੇ ਜੇ ਤੁਸੀਂ ਆਖੋ ਮੈਂ ਰਾਜੇ ਨਹੀਂ ਛੱਡਦਾ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਤੁਸੀਂ ਉਲਟ ਵਰਤੋਗੇ, ਭੁਗਤੋਗੇ। ਤਰਾਸ ਵਿਸ਼ਾਲ ਨਿਸ਼ਾ ਮਹਿ ਜੋਵਹੁ। ਤੇ ਤੁਹਾਨੂੰ ਪਤਾ ਹੀ ਹੈ ਫਿਰ ਰਾਤ ਨੂੰ ਤੁਹਾਡਾ ਕੀ ਹਾਲਾਤ ਹੁੰਦਾ ਰਿਹਾ, ਉਹੋ ਜਿਹਾ ਮਾਹੌਲ ਫਿਰ ਬਣ ਜਾਣਾ ਹੈ। ਇੱਥੇ ਸਾਧ ਸੰਗਤ ਜੀ ਕਵੀ ਸੰਤੋਖ ਸਿੰਘ ਸਾਹਿਬ ਦੀਆਂ ਭਾਈ ਜੇਠਾ ਪੁਰਾਣਾ ਦੇ ਸ਼ੇਰ ਬਣ ਕੇ ਡਰਾਉਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਹੋਰ ਬੜੀਆਂ ਲਿਖਤਾਂ ਜਿਹਦੇ ਵਿੱਚ ਇਹ ਲਿਖਿਆ ਮਿਲਦਾ ਵੀ ਬਾਦਸ਼ਾਹ ਨੂੰ ਨੀਂਦ ਆਉਣੋਂ ਹਟ ਗਈ ਸੀ, ਤੇ ਜਿਵੇਂ ਕੋਈ ਬਦਰੂਹਾਂ ਹੁੰਦੀਆਂ, ਕਿਉਂਕਿ ਕਿੰਨੇ ਰਾਜੇ ਕਿਲੇ ਵਿੱਚ ਮਰੇ ਸੀ, ਜਿੰਨੇ ਪਹਿਲਾਂ ਜਦੋਂ ਕੈਦ ਕੀਤੇ ਹੋਏ ਸਾਰੇ ਹੀ ਜਿਹੜੇ ਵੈ ਉਹ ਬੜਾ ਭਿਆਨਕ ਡਰ ਦੇਣ ਲੱਗ ਪਏ ਇਹਨੂੰ, ਜਹਾਂਗੀਰ ਨੂੰ। ਤੇ ਇੱਧਰ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਕਿਲੇ ਵਿੱਚ ਕੈਦ ਹੈ, ਇੱਕ ਕਵੀ ਉਹ ਕਹਿੰਦਾ ਮੈਂ ਅੱਖੀਂ ਵੇਖਿਆ ਹਾਲ ਹੈ, ਮੁਸਲਮਾਨ ਕਵੀ ਨੇ ਲਿਖਿਆ, ਤੇ ਉਹ ਮੈਨੂੰ ਲਿਖਤ ਦਾ ਨਾਮ ਭੁੱਲ ਗਿਆ ਹੈ, ਦਾਬਿਸਤਾਨ ਨਾਮ ਕਰਕੇ ਲਿਖਤ ਹੈ ਉਹ ਲਿਖਤ ਕਹਿੰਦੀ ਹੈ ਕਿ ਬੜੀਆਂ ਸਿੱਖ ਸੰਗਤਾਂ ਦੇ ਜਥੇ ਬਣ ਕੇ ਫਿਰ ਗਵਾਲੀਅਰ ਆਉਣ ਲੱਗੇ ਸੀ, ਤੇ ਚਫੇਰੇ ਗਵਾਲੀਅਰ ਦੇ ਡੂੰਘੀ ਖਾੜੀ ਪੁੱਟ ਕੇ ਪਾਣੀ ਛੱਡਿਆ ਹੁੰਦਾ ਸੀ, ਪਹਿਰਾ ਸਖਤ ਸੀ, ਅੰਦਰ ਨਾ ਜਾਣ ਦੇਣਾ ਸੰਗਤ ਨੂੰ। ਤੇ ਜਿਹੜੀ ਸਿੱਖ ਸੰਗਤ ਸੀ ਉਹਨੇ ਪੰਚਮ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਤੇ ਇੱਥੇ ਹੀ ਦੂਰੋਂ ਬਾਹਰੋਂ ਹੀ ਅਰਦਾਸੇ ਸੋਧ ਕੇ ਭੋਗ ਲਵਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਾਮ ਲੈ ਕੇ ਮੱਥਾ ਟੇਕ ਕੇ ਤੇ ਕਿਲੇ ਦੀਆਂ ਪਰਿਕਰਮਾ ਕਰਕੇ ਮੁੜ ਆਉਂਦੀ ਹੁੰਦੀ ਸੀ ਸੰਗਤ। ਪੰਜਾਬ ਤੋਂ ਸਾਧ ਸੰਗਤ ਜੀ ਸੰਗਤਾਂ ਵਹੀਰਾਂ ਘੱਤ ਕੇ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਗਵਾਲੀਅਰ ਜਾਣ ਲੱਗ ਪਈਆਂ ਸੀ। 1000 2-2 ਹਜ਼ਾਰ ਦੇ ਜਥੇ ਰੋਜ਼ ਜਾਇਆ ਕਰਦੇ ਸੀ ਗਵਾਲੀਅਰ ਪੈਦਲ ਤੁਰ ਕੇ। ਉਹਨਾਂ ਸਮਿਆਂ 'ਚ ਸਾਧਨ ਵੀ ਇੰਨੇ ਹੈਣਾ ਸਨ, ਤੇ ਉਹਨਾਂ ਨੇ ਜਾ ਕੇ ਪਰਿਕਰਮਾ ਕਰਨੀਆਂ ਤੇ ਮੱਥਾ ਟੇਕ ਕੇ ਤੇ ਮੁੜ ਆਉਣਾ। ਜੇ ਕਿਸੇ ਨੇ ਕਹਿਣਾ ਵੀ ਤੁਹਾਡੇ ਗੁਰੂ ਇੱਥੇ ਕੀ ਕਰਦੇ ਹੋ, ਕਹਿੰਦੇ ਜੀ ਸਾਡਾ ਪਰਮੇਸ਼ਰ ਗੁਰੂ ਸਾਹਿਬ ਇੱਥੇ ਕੈਦ ਹੈ। ਤੇ ਉਹ ਕਹਿੰਦੇ ਵੀ ਕਿਸੇ ਨੇ ਕਹਿਣਾ ਨਾ ਜੇ ਵੀ ਲੈ ਜੇ ਤੁਹਾਡਾ ਗੁਰੂ ਪਰਮੇਸ਼ਰ ਹੈ ਤੇ ਫਿਰ ਕੈਦ ਕਿਉਂ ਹੈ, ਆਜ਼ਾਦ ਕਿਉਂ ਨਾ ਹੋ ਗਿਆ? ਉਹ ਕਹਿੰਦਾ ਵੀ ਸਿੱਖ ਸਾਨੂੰ ਕਹਿੰਦੇ ਸਨ ਵੀ ਉਹ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਆ ਤੇ ਆਪਦੀ ਮਰਜ਼ੀ ਨਾਲ ਬੈਠੇ ਆ, ਉਹਨਾਂ ਨੂੰ ਕੈਦ ਨਾ ਆਖੋ ਤੁਸੀਂ, ਉਹ ਮਰਜ਼ੀ ਨਾਲ ਬੈਠੇ ਆ, ਜਦੋਂ ਉਹਨਾਂ ਦਾ ਮਨ ਬਣਿਆ ਉਦੋਂ ਹੀ ਆ ਜਾਣਗੇ। ਤੋ ਇਸ ਤਰ੍ਹਾਂ ਕਈ ਕਹਿ ਦਿੰਦੇ ਮਹਾਰਾਜ ਕੈਦ ਕੀਤੇ ਖਾਲਸਾ ਜੀ, ਕਦੀ ਪਰਮੇਸ਼ਰ ਵੀ ਕੈਦ ਹੋਇਆ? ਤੋ ਚਲੋ ਮੇਰਥੋਂ ਵੀ ਰਬੜ ਦੀ ਜ਼ਬਾਨ ਹੈ, ਉਹ ਸੁਣ ਕੇ ਪ੍ਰਸੰਗ ਮੂੰਹ ਨਿਕਲ ਜਾਂਦਾ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਕੌਣ ਕੈਦ ਕਰ ਸਕਦਾ? ਸੱਚੇ ਪਾਤਸ਼ਾਹ ਮਹਾਰਾਜ ਤਾਂ ਮੌਜ ਦੇ ਮਾਲਕ ਬੈਠੇ ਹੋਏ। ਸੰਗਤਾਂ ਕਹਿੰਦੀਆਂ ਉਸ ਸਮੇਂ ਦੀ ਫੌਜ ਨੂੰ, ਤੇ ਉਸ ਸਮੇਂ ਦੀਆਂ ਲਿਖਤਾਂ ਜਿਹੜੀਆਂ ਉਹ ਦਬਿਸਤਾਨ ਮੁਜ਼ਾਹਰ ਕਰਕੇ ਇਸ ਤਰ੍ਹਾਂ ਕੋਈ ਲਿਖਤ ਹੈ ਖਾਲਸਾ ਜੀ, ਉਹਦੇ ਵਿੱਚ ਸਾਰਾ ਜ਼ਿਕਰ ਆਉਂਦਾ। ਤੋ ਫਿਰ ਜਦੋਂ ਜਥੇ ਜਾਣ ਲੱਗੇ ਤੇ ਫਿਰ ਇਹ ਬਾਦਸ਼ਾਹ ਨੂੰ ਨੀਂਦ ਨਾ ਆਇਆ, ਕਿਉਂਕਿ ਸੰਗਤ ਦੁਰਲਾਣ ਤਾਂ ਦਿੰਦੀ ਸੀਗੀ, ਸੰਗਤ ਦੀ ਅਰਦਾਸ ਪਰਮੇਸ਼ਰ ਵੀ ਸੁਣਦਾ। ਕਿੰਨੀ ਸੰਗਤ ਦਰਸ਼ਨਾਂ ਦੀ ਪਿਆਸੀ ਵਿਚਾਰੀ ਪਰਿਕਰਮਾ ਕਰਕੇ ਮੁੜ ਆਉਣਾ ਕਰਨਾ, ਬੜੀਆਂ ਬਦਸੀਸਾਂ ਦੇਣੀਆਂ ਵੀ ਬਾਦਸ਼ਾਹ ਤੇਰਾ ਬੇੜਾ ਬਹਿ ਜਾਵੇ, ਤੂੰ ਸਤਿਗੁਰੂ ਸ਼ਾਂਤੀ ਦੇ ਪੁੰਜ ਪਾਤਸ਼ਾਹ ਮਰਨ ਨੂੰ ਬੇਕਸੂਰ ਹੀ ਇੱਥੇ ਤੂੰ ਡੱਕਿਆ ਹੋਇਆ, ਅਸੀਂ ਦਰਸ਼ਨਾਂ ਨੂੰ ਤਰਸਦੇ ਮਹਾਰਾਜ ਦਿਆਂ ਨੂੰ। ਤੇ ਜਦੋਂ ਸੰਗਤ ਦੀ ਸਾਧ ਸੰਗਤ ਦੀ ਅਰਦਾਸ ਅੱਲਾ ਸੁਣਦਾ ਹੈ, ਪਰਮੇਸ਼ਰ ਨੇ ਸੁਣੀ, ਤੇ ਇਹ ਫਿਰ ਬਾਦਸ਼ਾਹ ਜਹਾਂਗੀਰ ਨੂੰ ਬੜਾ ਪੈ ਆਉਣਾ ਕਰਨਾ, ਰਾਤ ਸਾਰੀ ਬਹਿ ਕੇ ਕੱਟਿਆ ਕਰਨੀ ਇਹਨੇ। ਤੇ ਫਿਰ ਸਾਈਂ ਮੀਆਂ ਮੀਰ ਨੂੰ ਸੱਦਿਆ ਗਿਆ ਸੀ ਵੀ ਕਿਉਂਕਿ ਬੜੇ ਕਾਮਲ ਫਕੀਰ ਸਨ, ਤੁਸੀਂ ਦੱਸੋ ਸਾਈਂ ਜੀ ਵੀ ਇਹ ਮੇਰੇ ਨਾਲ ਕੀ ਵਰਤਦਾ? ਤੇ ਸਾਈਂ ਮੀਆਂ ਮੀਰ ਜੀ ਕਹਿੰਦੇ ਸੀ ਵੀ ਇਹ ਸਿੱਖਾਂ ਦੀਆਂ ਬਦਦੁਆਵਾਂ ਤੈਨੂੰ ਬਾਦਸ਼ਾਹ, ਵੇਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿੰਨੀ ਲੁਕਾਈ ਦਰਸ਼ਨ ਕਰਨ ਵਾਸਤੇ ਤਰਸਦੀ ਹੈ, ਉਹਨਾਂ ਨੂੰ ਤੂੰ ਦਰਸ਼ਨ ਨਹੀਂ ਕਰਨ ਦਿੰਦਾ। ਤੇ ਉਹ ਜਦੋਂ ਪਾਤਸ਼ਾਹ ਦੇ ਦਰਸ਼ਨ ਨਹੀਂ ਸੰਗਤ ਨੂੰ ਹੁੰਦੇ, ਉਹ ਅਰਦਾਸ ਕਰਕੇ ਜਾਂਦੇ ਆ, ਤੇ ਉਹ ਅਰਦਾਸ ਅੱਲਾ ਤੱਕ ਪਹੁੰਚਦੀ, ਤੇਰੀ ਹਾਲਤ ਤਾਂ ਆ। ਫਿਰ ਸਾਧ ਸੰਗਤ ਜੀ ਨੂੰ ਮੱਤ ਆਈ ਸੀਗੀ। ਉਹ ਇਸ ਤਰ੍ਹਾਂ ਰਹੋ ਵਿਚਾਰ। ਇਹ ਕਹਿੰਦਾ ਵੀ ਜੇਕਰ ਤੁਸੀਂ ਗੁਰ ਪ੍ਰਤਕੂਲ ਆਪ ਜਬ ਹੋਵਾ, ਹੇ ਬਾਦਸ਼ਾਹ
ਜੇ ਤੂੰ ਪ੍ਰਤੀਕੂਲ ਹੋ ਗਿਆ, ਉਲਟ ਹੋ ਗਿਆ ਨਾ, ਵਜ਼ੀਰ ਖਾਂ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਨਾ ਮੰਨਿਆ ਤਾਂ ਤਰਾਸ ਵਿਸਾਲ ਨਿਸਾ ਮਹਿ ਜੋਵਹ। ਤੇ ਉਹੀ ਗੱਲ ਬਣ ਜਾਣੀ। ਰਾਤ ਨੂੰ ਫਿਰ ਤੁਹਾਡਾ ਇਹੀ ਹਾਲ ਹੋਣਾ, ਬੜਾ ਭਾਰੀ ਡਰ ਦੇ ਨਾਲ ਬਤੀਤ ਕਰੋਗੇ ਰਾਤਾਂ। ਬਿਮਾਰੀ ਹੈ ਇੱਕ ਤਰ੍ਹਾਂ ਦੀ ਬੜੀ ਲੱਗੀ ਹੋਈ। ਕਰਹ ਆਪ ਜੈਸੇ ਮਨ ਭਾਵੈ। ਤੇ ਬਾਕੀ ਤੁਸੀਂ ਨੀਤੀਵਾਨ ਬੰਦੇ, ਬੜੇ ਸਿਆਣੇ ਹੋ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਕਰ ਲਵੋ। ਜਿਸ ਤੇ ਸੁਖ ਤੁਮਰੋ ਤਨ ਪਾਵੈ। ਵੀ ਮੈਂ ਤਾਂ ਕਹਿਣਾ, ਦਰਖਵਾਸਤ ਹੈ ਬਾਦਸ਼ਾਹ, ਵੀ ਉਹ ਕੰਮ ਹੀ ਕਰੋ ਜਿਹਦੇ ਨਾਲ ਤੁਹਾਡਾ ਸਰੀਰ ਸੁਖ ਸ਼ਾਂਤ ਰਵੇ, ਬਚਿਆ ਰਹੇ, ਤੁਹਾਡੀ ਜਾਨ ਬਚ ਰਹੇ, ਤੰਦਰੁਸਤੀ ਜਿਹੜੀ ਵੈ ਉਹ ਬਰਕਰਾਰ ਰਹੇ। ਮਸਲਤ ਨਹੀਂ ਅਪਰ ਕੀ ਲੀਜੈ ਹੈ। ਤੇ ਹੋਰ ਕਿਸੇ ਦੀ ਸਲਾਹ ਨਾ ਤੁਸੀਂ ਲਓ, ਆਪਦੀ ਮਨ ਦੀ ਕਰਨੀ, ਕਿਸੇ ਮਗਰ ਨਾ ਲੱਗਿਆ ਜੇ। ਜਾਨ ਸ਼ੁਭਾ ਸ਼ੁਭ ਆਪਹਿ ਕੀਜੈ ਹੈ। ਜੋ ਤੁਹਾਨੂੰ ਚੰਗਾ ਲੱਗਦਾ, ਚਾਹੇ ਚੰਗਾ ਹੈ ਚਾਹੇ ਮਾੜਾ ਹੈ, ਆਪਦੀ ਮਰਜ਼ੀ ਨਾਲ ਤੁਸੀਂ ਵਿਚਾਰ ਕੇ ਕਰ ਲਵੋ ਜੀ। ਹਮ ਤਾ ਚਾਹਤ ਕੁਸ਼ਲ ਤੁਮਾਰੀ। ਅਸੀਂ ਤਾਂ ਬਾਦਸ਼ਾਹ ਤੁਹਾਡੀ ਸੁਖ ਸ਼ਾਂਤੀ ਰਾਜੀ ਬਾਜੀ ਚਾਹੁੰਦੇ ਹਾਂ। ਕਾਇਆ ਰਹਿ ਸਰੀਵ ਸੁਖਾਰੀ। ਅਸੀਂ ਚਾਹੁੰਦੇ ਹਾਂ, ਮੇਰਾ ਤਾਂ ਇਹ ਖਿਆਲ ਆ ਵੀ ਤੁਹਾਡਾ ਸਰੀਰ ਸਲਾਮਤ ਰਹਿਣਾ ਚਾਹੀਦਾ। ਰਾਜ ਭਾਗ ਸਾਰਾ ਬਾਦ ਵਿੱਚ ਹੈ। ਸੁਨ ਵਜ਼ੀਰ ਖਾਂ ਕੇ ਬਚ ਸ਼ਾਹੂ। ਬਾਦਸ਼ਾਹ ਨੇ ਜਦੋਂ ਵਜ਼ੀਰ ਖਾਂ ਦੇ ਐਸੇ ਬਚਨ ਸੁਣੇ ਹਨ, ਗਿਣਤੀ ਅਨੇਕ ਗਿਣਤ ਮਨ ਮਾਹੂ। ਮਨ 'ਚ ਫਿਰ ਵਿਚਾਰਾ ਬੜੀਆਂ ਸਲਾਹਾਂ ਜੀਆਂ ਬਣਾਉਂਦਾ, ਢਾਉਂਦਾ, ਗਿਣਤੀ ਮਿਣਤੀ ਕਰਦਾ ਹੈ। ਕਹਿਓ ਜੇ ਕੈਦ ਵਿਖੇ ਮਹਿ ਪਾਲਾ। ਤੇ ਕਹਿੰਦਾ, ਜਿਹੜੇ ਬਾਦਸ਼ਾਹ ਕਹਿੰਦਾ ਵੀ ਜਿਹੜੇ ਕੈਦ ਵਿੱਚ ਮੈਂ ਰਾਜੇ ਇਕੱਠੇ ਕੀਤੇ ਹੋਏ ਆ, ਛੋਡਨ ਕੋ ਜੇ ਕਹੋ ਇਹ ਕਾਲਾ। ਜੇ ਮੈਂ ਹੁਣ ਹੁਕਮ ਦੇ ਦਿੱਤਾ ਵੀ ਰਾਜੇ ਸਾਰੇ ਕੈਦੀ ਰਿਹਾ ਕਰ ਦਿਓ, ਦੇ ਕਰ ਦੰਡ ਸਕਲ ਛੁੱਟ ਜਾਵਹ। ਤੇ ਹੁਣ ਸਾਰਿਆਂ ਨੂੰ ਕਹਾਂ ਵੀ ਤੁਸੀਂ ਮੈਨੂੰ ਦੰਨ ਦੇ ਦਿਓ, ਵੀ ਕੋਈ ਮਾਇਆ ਦੇ ਦਿਓ ਤੇ ਮੈਂ ਤੁਹਾਨੂੰ ਰਿਹਾ ਕਰ ਦਿੰਦਾ ਹਾਂ। ਨਹਿ ਅੱਗੇ ਪੁਨ ਰਾਰ ਉਠਾਵਹ। ਤੇ ਰਾਜਿਆਂ ਤੋਂ ਇਹ ਵਾਅਦਾ ਲੈ ਲਵਾਂ ਵੀ ਤੁਸੀਂ ਅੱਜ ਤੋਂ ਬਾਅਦ ਗਾਂਹ ਕੋਈ ਬਗਾਵਤ ਨਹੀਂ ਕਰਨੀ ਮੇਰੇ ਖਿਲਾਫ, ਮੇਰੇ ਦੇਸ਼ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਨਹੀਂ ਖਰਾਬ ਕਰਨਾ ਹੈ। ਦਰਬ ਕਰੋੜਨ ਲਗ ਇਹ ਦੇਵੈ। ਤੇ ਜੇ ਮੈਨੂੰ ਕਰੋੜਾਂ ਦੇ ਹਿਸਾਬ ਨਾਲ ਇਹ ਮਾਇਆ ਰਾਜੇ ਇੱਕ ਇੱਕ ਰਾਜਾ ਆਪਣੇ ਘਰਾਂ ਪੈਸੇ ਮੰਗਵਾ ਕੇ ਮੈਨੂੰ ਦੇ ਦੇਵੇ ਇਹਨਾਂ ਦੀ ਜ਼ਮਾਨਤ ਵਾਸਤੇ, ਨਹਿ ਅੱਗੇ ਅਪਰਾਧ ਕਰੇਵੈ। ਤੇ ਆਉਣ ਵਾਲੇ ਸਮੇਂ ਵਿੱਚ ਫਿਰ ਸ਼ਾਇਦ ਇਹ ਅਪਰਾਧ ਨਾ ਕਰਨ, ਨਾ ਮੇਰੇ ਨਾਲ ਮੱਥਾ ਲਾਉਣਗੇ। ਹਿਮ ਕਰਬੇ ਮਹਿ ਬੜ ਨੁਕਸਾਨੇ। ਪਰ ਫਿਰ ਸੋਚਦਾ ਹੈ ਜੇ ਮੈਂ ਐ ਕੀਤਾ ਤੇ ਮੇਰਾ ਨੁਕਸਾਨ ਵੀ ਬੜਾ ਵੱਡਾ ਹੋ ਸਕਦਾ ਹੈ। ਬਹੁ ਧਨ ਖਰਚ ਪਕਰ ਨਿਪ ਆਨੇ। ਮੈਂ ਬੜਾ ਧਨ ਖਰਚ ਕਰਕੇ ਰਾਜੇ ਕੈਦ ਕੀਤੇ ਆ, ਬੜੀ ਫੌਜ ਮਰ ਗਈ ਹੈ, ਤੇ ਫਿਰ ਮੈਂ ਇਸ ਤਰ੍ਹਾਂ ਹੀ ਕਰ ਲੈਣਾ ਵੀ ਇਹਨਾਂ ਨੂੰ ਕਹਿਣਾ ਮੈਨੂੰ ਮਾਇਆ ਦਿਓ ਸਾਰੇ, ਕੋਈ ਜਿੰਨੇ ਉਹਨੇ ਸਮਿਆਂ ਦਾ ਕੋਈ ਵੱਡਾ ਡੰਨ ਲਾ ਦੇਣਾ ਹਰੇਕ ਰਾਜੇ ਨੂੰ, ਆਪੇ ਮਾਇਆ ਘਰਾਂ ਚੋਂ ਮੰਗਵਾ ਕੇ ਦੇਈ ਜਾਣਗੇ ਤੇ ਰਿਹਾ ਕਰ ਦੇਵਾਂਗਾ। ਸ਼੍ਰੀ ਹਰਿ ਗੋਬਿੰਦ ਤਹ ਜੇ ਪਠਾਏ। ਫਿਰ ਸੋਚਦਾ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਾ ਭੇਜਦੇ ਗਵਾਲੀਅਰ, ਤੇ ਨਾ ਇਹ ਐਡਾ ਵੱਡਾ ਮਸਲਾ ਖੜਾ ਹੁੰਦਾ। ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਗਵਾਲੀਅਰ ਵਿੱਚ ਭੇਜਿਆ ਹੈ, ਸੋ ਹੋਏ ਦੀਨ ਦੁਖੀ ਗਿਗ ਆਏ। ਤੇ ਗੁਰੂ ਜੀ ਕਿਲੇ ਵਿੱਚ ਗਏ ਤੇ ਅੱਗੋਂ ਇਹ ਦੁਖੀ ਰਾਜਿਆਂ ਨੇ ਮਹਾਰਾਜ ਦੇ ਚਰਨੀ ਬੇਨਤੀ ਕੀਤੀ, ਮਿੰਨਤਾਂ ਕੀਤੀਆਂ ਹਨ। ਕਰੀ ਕਿਰਪਾ ਤਿਨ ਪਰ ਹਠ ਧਾਰਾ। ਤੇ ਮਹਾਰਾਜ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਵੀ ਤੁਹਾਨੂੰ ਛੁਡਾ ਕੇ ਲੈ ਕੇ ਜਾਵਾਂਗੇ। ਮਹਾਰਾਜ ਦਾ ਤਾਂ ਬਿਰਦ ਹੈ, ਸਤਿਗੁਰੂ ਗਏ ਹੈ ਗਵਾਲੀਅਰ ਵਿੱਚ, ਤੇ ਉਹਨਾਂ ਬੇਨਤੀ ਕੀਤੀ ਹੈ, ਤੇ ਇੱਧਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਹੱਠ ਜਿਹਾ ਧਾਰ ਲਿਆ ਵੀ ਅਸੀਂ ਇਹਨਾਂ ਨੂੰ ਲਏ ਬਿਨਾਂ ਬਾਹਰ ਨਹੀਂ ਆਵਾਂਗੇ। ਸੰਗ ਨਿਕਾਸਨ ਬਾਕ ਉਚਾਰਾ। ਤੇ ਬਾਦਸ਼ਾਹ ਕਹਿੰਦਾ ਵੀ ਮਹਾਰਾਜ ਨੇ ਫਿਰ ਹੁਣ ਇਹ ਐਲਾਨ ਕਰ ਦਿੱਤਾ ਵੀ ਅਸੀਂ ਇਹਨਾਂ ਨੂੰ ਨਾਲ ਲਏ ਬਿਨਾਂ ਗਵਾਲੀਅਰ ਚੋਂ ਬਾਹਰ ਨਹੀਂ ਆਵਾਂਗੇ। ਬਿਨ ਛੋਡੇ ਅਬ ਨਹਿ ਬਿਨ ਆਵੇ। ਹੁਣ ਛੱਡੇ ਬਿਨਾਂ ਗੱਲ ਨਹੀਂ ਬਣ ਆਉਣੀ। ਬਾਦਸ਼ਾਹ ਕਹਿੰਦਾ ਇਹ ਵਜ਼ੀਰ ਖਾਂ, ਮੈਨੂੰ ਵੀ ਲੱਗਦਾ ਹੈ ਵੀ ਹੁਣ ਰਾਜਿਆਂ ਨੂੰ ਛੱਡੇ ਬਿਨਾਂ ਗੁਰੂ ਸਤਿਗੁਰਾਂ ਨੇ ਨਹੀਂ ਆਉਣਾ ਬਾਹਰ, ਸਾਨੂੰ ਦਰਸ਼ਨ ਨਹੀਂ ਦੇਣੇ ਹੈ। ਗੁਰ ਪ੍ਰਤਕੂਲ ਤਰਾਸ ਉਪਜਾਵੈ। ਤੇ ਬਾਦਸ਼ਾਹ ਹੁਣ ਨਾਲੇ ਡਰਦਾ ਵੀ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਉਲਟ ਹੋਇਆ ਤੇ ਬਹੁਤ ਭਾਰੀ ਮੇਰਾ ਨੁਕਸਾਨ ਹੋਵੇਗਾ, ਕਿਉਂਕਿ ਸਾਈਂ ਮੀਆਂ ਮੀਰ ਨੇ ਵੀ ਮੈਨੂੰ ਸੁਚੇਤ ਕੀਤਾ ਹੈ। ਨਹਿ ਪੇ ਜੰਤ ਜੇ ਗੁਰ ਕੋ ਤਹਵਾ। ਤੇ ਫਿਰ ਮਨ 'ਚ ਸੋਚਦਾ ਵੀ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਲੇ 'ਚ ਹੀ ਨਾ ਭੇਜਿਆ ਹੁੰਦਾ, ਗੁਰੂ ਹਰਗੋਬਿੰਦ ਸਾਹਿਬ ਨੂੰ ਚੰਦੂ ਨੇ ਆ ਸਾਰਾ ਝੂਠ ਬੋਲ ਕੇ ਮੈਨੂੰ ਤੇ ਕਿਲੇ ਵੱਲ ਨਾ ਤੋਰਿਆ ਹੁੰਦਾ, ਮਹਿ ਪਾਲਕ ਤਬ ਮਿਲਤੇ ਕਹਿਵਾ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਆਪੇ ਨਾ ਰਾਜੇ ਮਿਲਦੇ, ਨਾ ਮਹਾਰਾਜ ਦੀ ਸ਼ਰਨ ਪੈਂਦੇ। ਚੰਦੂ ਮਛਲਤ ਦਈ ਪਠਾਏ। ਇਹ ਸਾਰਾ ਕੁਝ ਚੰਦੂ ਦਾ ਵੇੜਾ ਬੈਠਾ ਰਾਜਾ। ਇਹ ਬਾਦਸ਼ਾਹ ਜਹਾਂਗੀਰ ਸੋਚਦਾ ਵੀ ਇਹ ਚੰਦੂ ਦਾ ਹੀ ਕੀਤਾ ਕਰਾਇਆ ਹੈ। ਚੰਦੂ ਨੇ ਮਹਾਰਾਜ ਨੂੰ ਸਾਨੂੰ ਕਹਿ ਕੇ ਤੇ ਗਵਾਲੀਅਰ ਭਜਵਾਇਆ, ਉੱਥੇ ਰਾਜੇ ਮਹਾਰਾਜ ਦੀ ਚਰਨੀ ਪਏ। ਨਾ ਚੰਦੂ ਇਹੋ ਜਿਹੀ ਸਲਾਹ ਦਿੰਦਾ
ਪਾਪ ਕਰਦਾ ਏਡਾ ਵੱਡਾ, ਮਹਾਰਾਜ ਨੂੰ ਨਾਲੇ ਉੱਥੇ ਭੇਜਿਆ ਤੇ ਨਾ ਰਾਜੇ ਮਹਾਰਾਜ ਦੀ ਚਰਨੀ ਪੈਂਦੇ ਤੇ ਨਾ ਜੇ ਮਸਲਾ ਖੜਾ ਹੁੰਦਾ। ਜਿਸ ਤੇ ਅਸੁਖ ਪੇਚ ਉਪਜਾਏ। ਤੇ ਜਿਸ ਕਰਕੇ ਚੰਦੂ ਹੀ ਹੈ ਜਿਹਨੇ ਸਾਰਾ ਏਡਾ ਵੱਡਾ ਉਪਦਰਵ, ਐਡੀ ਵੱਡੀ ਮੁਸ਼ਕਲ ਔਂਕੜ ਸਾਡੇ ਵਾਸਤੇ ਖੜੀ ਕਰ ਦਿੱਤੀ ਹੈ। ਜਹਾਂ ਕਹਾਂ ਕੀਨਸ ਖੁਟਿਆਈ। ਇਹ ਵਜ਼ੀਰ ਖਾਂ ਚੰਦੂ ਐਡਾ ਪਾਪੀ ਹੈ, ਜਿੱਥੇ ਕਿੱਥੇ ਜਾਂਦਾ ਉੱਥੇ ਹੀ ਪਾਪ ਕਰਦਾ ਹੈ। ਜਿੱਥੇ ਕਿੱਥੇ ਜਾਂਦਾ, ਚਾਹੇ ਲਾਹੌਰ ਗਿਆ ਜਦੋਂ ਇਹ, ਉਦੋਂ ਵੀ ਇਹਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ, ਸਾਤੋਂ ਕਹਿ ਕੇ ਹੁਕਮ ਦਵਾਇਆ ਵੀ ਉਹ ਚੋਰ ਰਹਿੰਦੇ ਆ, ਇਹ ਉਹ ਕਹਿ ਕੇ। ਤੇ ਸਾਡੇ ਨਾਲ ਪੰਜਾਬ ਗਿਆ, ਉਦੋਂ ਵੀ ਇਹਨੇ ਚੋਰੀ ਆਪ ਕਰਵਾਈ ਤੇ ਸਾਰਾ ਮਸਲਾ ਖੜਾ ਕੀਤਾ। ਇਹ ਚੰਦੂ ਪਾਪੀ ਜਿੱਥੇ ਜਾਂਦਾ ਹੈ ਉੱਥੇ ਹੀ ਕੋਈ ਨਾ ਕੋਈ ਵੱਡਾ ਪਵਾੜਾ ਪਾਉਂਦਾ ਹੈ। ਅਬ ਇਹ ਪਾਪੀ ਉਚਿਤ ਸਜਾਈ। ਤੇ ਇਹ ਵਜ਼ੀਰ ਖਾਂ ਹੁਣ ਸਾਡਾ ਵੀ ਮਨ ਬਣ ਗਿਆ ਵੀ ਜਿਹੜਾ ਚੰਦੂ ਹੈ ਨਾ, ਇਹ ਵਾਕਈ ਸਜ਼ਾ ਦਾ ਹੱਕਦਾਰ ਬਣਦਾ ਹੈ, ਇਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਏ। ਇਤ ਯਾਦਕ ਕਹਿ ਸੋਚਤ ਛਾਹੂ। ਇਸ ਤਰ੍ਹਾਂ ਦੇ ਬਚਨ ਵਜ਼ੀਰ ਖਾਂ ਨੂੰ ਕਹਿ ਕੇ ਤੇ ਬਾਦਸ਼ਾਹ ਵਿਚਾਰਾ ਫਿਰ ਮਨ ਵਿੱਚ ਸੋਚੀ ਪੈਂਦਾ ਹੈ। ਜਾਨਾ ਹੈ ਕਠਨ ਦੋਨ ਦਿਸ ਮਾਹੂ। ਵੀ ਕਹਿੰਦਾ ਦੋਵੇਂ ਦਿਸ਼ਾਵਾਂ ਔਖੀਆਂ, ਦੋਵੇਂ ਕੰਮ ਹੀ ਮੇਰੇ ਵਾਸਤੇ ਔਖੇ ਬਣ ਗਏ ਹਨ। ਛੋਡਾ ਹੈ ਨਿਰਪਤੋ ਲਖ ਹੈ ਕੁਨੀਤ। ਜੇ ਮੈਂ ਰਾਜੇ ਛੱਡ ਦੇਣਾ ਤੇ ਤਾਂ ਵੀ ਕੰਮ ਔਖਾ ਹੈ। ਇਹ ਜਾ ਕੇ ਬਾਹਰ ਜਾ ਕੇ ਬਗਾਵਤ ਨਾ ਕਰ ਦੇਣ, 52 ਰਾਜੇ ਬਹੁਤ ਹੁੰਦੇ ਆ। ਬਿਨ ਛੋਡੇ ਹੋਏ ਨਿਸ ਭੈ ਭੀਤ। ਤੇ ਜੇ ਬਿਨ ਛੋਡੇ, ਜੇ ਨਹੀਂ ਛੱਡਦਾ ਮੈਂ ਤੇ ਫਿਰ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਹੈ। ਮੈਂ ਕੀ ਕਰਾਂ ਜੇ ਮੈਂ ਮਹਾਰਾਜ ਦੇ ਆਖੇ ਲੱਗ ਕੇ ਰਾਜੇ ਛੱਡਦਾ ਤੇ ਮੇਰਾ ਦੇਸ਼ ਖਤਰੇ 'ਚ ਹੈ, ਹਕੂਮਤ ਮੇਰੀ ਕੁਰਸੀ ਖਤਰੇ 'ਚ ਹੈ। ਤੇ ਜੇ ਨਹੀਂ ਛੱਡਦਾ ਤੇ ਮੈਨੂੰ ਰਾਤ ਨੂੰ ਔਖਾ ਹੁੰਦਾ, ਮੈਨੂੰ ਜਾਣ ਦਾ ਖਤਰਾ ਹੈ। ਪੁੰਨ ਵਜ਼ੀਰ ਖਾਂ ਜੁਗ ਕਰ ਜੋਰੇ। ਜਦੋਂ ਇਹ ਬਾਦਸ਼ਾਹ ਸੋਚੀ ਪਿਆ ਤੇ ਵਜ਼ੀਰ ਖਾਂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਹੈ। ਪਿਕਹ ਆਪ ਨਿਜ ਤਨ ਕੀ ਓਰੇ। ਬਾਦਸ਼ਾਹ ਸਲਾਮਤ, ਤੁਸੀਂ ਸੋਚੀ ਨਾ ਪਵੋ, ਸਾਰਿਆਂ ਤੋਂ ਪਹਿਲਾਂ ਆਪਦੀ ਸਿਹਤ ਦਾ ਖਿਆਲ ਰੱਖੋ, ਆਪਦੇ ਸਰੀਰ ਦੀ ਖੈਰ ਵੇਖੋ ਜੀ। ਰਹੇ ਸਲਾਮਤ ਸਭ ਇਹ ਆਛੇ। ਜੇ ਤੁਹਾਡਾ ਸਰੀਰ ਸਲਾਮਤ ਹੈ ਤੇ ਬਾਦਸ਼ਾਹ ਜੀ ਫਿਰ ਸਾਰਾ ਕੁਝ ਹੀ ਰਾਜ ਭਾਗ ਸਭ ਕੁਝ ਠੀਕ ਠਾਕ ਰਹੇਗਾ। ਜੇ ਸਰੀਰ ਹੀ ਨਾ ਰਿਹਾ ਤੇ ਰਾਜ ਭਾਗ ਤੋਂ ਕੀ ਕਰਾਉਣਾ ਹੈ। ਕਾਜ ਨਾ ਆਏ ਕਿਸੀ ਤਨ ਪਾਛੇ। ਕਿਉਂਕਿ ਸਰੀਰ ਤੋਂ ਮਗਰੋਂ ਫੇਰ ਨਹੀਂ ਕਿਸੇ ਦੇ ਕੋਈ ਵੀ ਵਸਤੂ ਕੰਮ ਆਉਂਦੀ। ਚੜ੍ਹਾਈ ਕਰ ਜਾਣ ਤੋਂ ਬਾਅਦ ਰਾਜ ਭਾਗ ਇੱਥੇ ਰਹਿ ਜਾਂਦੇ ਆ, ਪਰ ਜੇ ਸਰੀਰ ਸਲਾਮਤ ਹੈ ਤੇ ਰਾਜ ਭਾਗ ਵੀ ਸਲਾਮਤ ਹੈ। ਜੀਵਨ ਲਗ ਸਗਰੋ ਵਿਵਹਾਰ। ਮਨੁੱਖ ਦੇ ਜਿਉਂਦੇ ਜੀ ਇਹ ਸਾਰੇ ਰਾਜ ਭਾਗ ਮਾਣੇ ਜਾਂਦੇ ਆ, ਸਾਰੇ ਕਾਰੋਬਾਰ ਚੱਲਦੇ ਆ। ਮਰਿਆਂ ਪਿੱਛੋਂ ਕੌਣ ਪੁੱਛਦਾ ਹੈ। ਸੁਖਦਾਇਕ ਪ੍ਰਾਨੀ ਨਿਰਧਾਰ। ਨਿਰਣੇ ਸਹਿਤ ਧਾਰਿਆ ਜਾਂਦਾ ਵੀ ਪ੍ਰਾਣੀ ਜਿਹੜਾ ਨਾ, ਇਹ ਪ੍ਰਾਣ ਸਰੀਰ ਵਿੱਚ ਇਹ ਸਭ ਤੋਂ ਵੱਧ ਸੁੱਖ ਦਿੰਦੇ ਆ। ਰਾਜ ਭਾਗ ਦਾ ਸੁੱਖ ਵੀ ਬਾਦਸ਼ਾਹ ਤਾਂ ਆ ਜੇ ਸਰੀਰ ਦੇ ਸਵਾਸ ਚੱਲਦੇ ਆ। ਜੋ ਆਵਸ਼ ਬਣਤ ਹੈ ਕਰਨੀ। ਤੇ ਇਹ ਬਾਦਸ਼ਾਹ ਜੋ ਅਵਸ਼ ਬਣਦੀ ਹੈ, ਗੱਲ ਜਿਹੜੀ ਕਰਨੀ ਬਣਦੀ ਹੈ ਤੁਹਾਡੇ ਤਾਈਂ। ਨਹਿ ਸੋਚ ਹੈ ਤਿਹ ਬੁੱਧ ਜਨ ਬਰਨੀ। ਤੇ ਸਿਆਣੇ ਲੋਕ ਕਹਿੰਦੇ ਉਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਬਹੁਤਾ। ਜਿਹੜਾ ਕੰਮ ਕਰੇ ਬਿਨਾਂ ਸਰਦਾ ਹੀ ਨਾ ਹੋਵੇ ਉਹ ਕਰਨਾ ਚਾਹੀਦਾ, ਸਮਾਂ ਨਹੀਂ ਲੰਘਾਉਣਾ ਚਾਹੀਦਾ ਹੈ। ਰਾਵਰ ਕੇ ਸਰੀਰ ਪਰ ਸਾਰੇ। ਇਸ ਲਈ ਬਾਦਸ਼ਾਹ ਜੀ ਤੁਹਾਡੀ ਦੇਹੀ ਉੱਪਰ ਸਾਰਾ ਕੁਝ ਜਿਹੜਾ ਵਾ ਨਿਰਧਾਰ ਹੈ। ਧਨ ਕੋਟਿਨ ਲਗ ਡਾਰੇ ਵਾਰੇ। ਵੀ ਮੈਂ ਬਾਦਸ਼ਾਹ ਏਡਾ ਵੱਡਾ ਬਾਦਸ਼ਾਹ ਪ੍ਰਤਾਪੀ ਕਿਤੇ ਜੰਮਣਾ ਹੈ। ਇਹ ਜਹਾਂਗੀਰ ਬਾਦਸ਼ਾਹ, ਤੁਹਾਡੇ ਸਰੀਰ ਉੱਪਰ ਤਾਂ ਇਹੋ ਜਿਹੇ ਕਈ ਰਾਜ ਭਾਗ ਵਾਰੇ ਜਾ ਸਕਦੇ ਹਨ। ਜਥਾ ਆਨੰਦ ਆਪ ਤੁਮ ਰਹੋ। ਤੇ ਬਾਕੀ ਜਿਵੇਂ ਤੁਹਾਨੂੰ ਆਨੰਦ ਹੈ ਆ ਰਿਹਾ ਜਾਂ ਤੁਹਾਡੀ ਸੁੱਖ ਸਲਾਮਤੀ, ਅਸੀਂ ਤਾਂ ਕਹਿੰਦੇ ਉਸੇ ਤਰ੍ਹਾਂ ਤੁਹਾਨੂੰ ਵਰਤਣਾ ਚਾਹੀਦਾ, ਰਹਿਣਾ ਚਾਹੀਦਾ ਹੈ। ਸੋ ਨਚਿੰਤ ਹੋਏ ਤੂਰਨ ਕਹੋ। ਤੇ ਉਹੀ ਕੰਮ, ਉਹੀ ਹੁਕਮ ਕਰਨਾ ਬਾਦਸ਼ਾਹ ਜੀ ਜਿਹਦੇ ਨਾਲ ਤੁਹਾਡਾ ਸਰੀਰ ਬਚੇ। ਰਾਜ ਭਾਗ ਬਾਰੇ ਬਾਅਦ ਵਿੱਚ ਸੋਚ ਲੈਣਾ। ਜੇ ਰਾਜ ਭਾਗ ਦਾ ਸੋਚੋਗੇ, ਸਰੀਰ ਨਾ ਰਿਹਾ ਤੇ ਰਾਜ ਭਾਗ ਕੰਮ ਨਹੀਂ ਆਉਣਾ। ਜੇ ਸਰੀਰ ਰਹਿ ਗਿਆ ਤੇ ਰਾਜ ਭਾਗ ਬਚ ਰਹੇਗਾ। ਜਿਸ ਕਾਰਜ ਮਹਿ ਗੁਰ ਹੋਏ ਠਾਂਡੇ। ਤੇ ਬਾਕੀ ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਗੱਲ ਇਹ ਹੈ ਵੀ ਜਿਹੜੇ ਕੰਮ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਖੜੇ ਹੋ ਜਾਂਦੇ ਆ, ਸੋ ਆਛੋ ਹੋਏ ਨਿਤ ਸੁਖ ਬਾਢੇ। ਉਹ ਕੰਮ ਚੰਗਾ ਹੀ ਹੁੰਦਾ ਹੈ। ਉਹ ਕੰਮ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ। ਜਿਹੜੇ ਕਾਰਜ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਖੜ ਜਾਣ, ਉਹ ਡਾਢੇ ਸੁੱਖ ਦੇਣ ਵਾਲਾ ਕਾਰਜ ਹੁੰਦਾ ਹੈ। ਰਹਿ ਨਿਰਪਤ ਸਗਰੇ ਅਨੁਸਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਾਂ ਬੇਨਤੀ ਕਰਾਂਗੇ ਵੀ ਚਲੋ ਬਾਦਸ਼ਾਹ ਕਹਿ ਦੇਣਾ ਤੁਸੀਂ ਵੀ ਛੱਡ ਦਿੰਨੇ ਰਾਜੇ, ਪਰ ਇਹਨਾਂ ਨੂੰ ਕਹੋ ਜਾ ਕੇ ਭਗਦੜ ਨਾ ਮਚਾਉਣ, ਬਗਾਵਤ ਨਾ ਕਰਨ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖ ਆ ਹੁਣ ਸਾਰੇ ਰਾਜੇ। ਜੇ ਇਹ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਵੱਲ ਹੈ ਨਾ ਬਾਦਸ਼ਾਹ ਜਹਾਂਗੀਰ, ਫਿਰ ਪਰਵਾਹ ਨਾ ਕਰੋ, ਰਾਜੇ ਕੁਝ ਨਹੀਂ ਕਰਨਗੇ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਨਾਲ ਸਹਿਮਤ ਰਹਿਣ, ਜੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਰਹੀ ਤੁਹਾਡੇ ਤੇ,
ਤੇ ਕੋਈ ਰਾਜਾ ਬਗਾਵਤ ਨਹੀਂ ਕਰੇਗਾ। ਜਿਮ ਗੁਰ ਕਹੈ ਕਰੈ ਤਿਮ ਕਾਰੀ। ਕਿਉਂਕਿ ਮਹਾਰਾਜ ਜਿਵੇਂ ਕਹਿਣਗੇ ਨਾ ਬਾਦਸ਼ਾਹ ਜੀ, ਰਾਜੇ ਮਹਾਰਾਜ ਦੇ ਸਿੱਖ ਬਣ ਚੁੱਕੇ ਆ, ਇਸ ਲਈ ਉਹੀ ਕੰਮ ਕਰਨਗੇ ਜੋ ਮਹਾਰਾਜ ਆਖਿਆ ਕਰਨਗੇ। ਆਪਣੇ ਕਾਰਜ ਕਹਿ ਸੁਧਰਾਵਹ। ਤੇ ਤੁਸੀਂ ਬਾਦਸ਼ਾਹ ਜੀ ਵਧੀਆ, ਸਗੋਂ ਤੁਹਾਡੇ ਤਾਂ ਫਾਇਦੇ ਦੀ ਗੱਲ ਹੈ। ਉਹਨਾਂ ਨੂੰ ਉੱਥੇ ਕਿਲੇ 'ਚ ਰੱਖ ਕੇ ਤੁਸੀਂ ਕੀ ਕਰਨਾ? ਏਡੇ ਵੱਡੇ ਰਾਜੇ ਇਕੱਠੇ ਕੀਤੇ ਹੋਏ ਆ, ਉਹਨਾਂ ਨੂੰ ਛੱਡੋ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿ ਕੇ ਜਿਹੜਾ ਮਰਜ਼ੀ ਕੰਮ ਕਰਵਾ ਲਿਆ ਕਰਿਆ ਜੇ। ਸਤਿਗੁਰਾਂ ਨੂੰ ਬੇਨਤੀ ਕਰਦਿਆ ਕਰਿਆ ਜੇ ਤੇ ਸੱਚੇ ਪਾਤਸ਼ਾਹ ਆਪੇ ਰਾਜਿਆਂ ਨੂੰ ਕਹਿ ਕੇ ਤੁਹਾਡੇ ਕੰਮ ਜਿਹੜੇ ਉਹ ਅੜੇ ਹੋਏ ਰਾਜਿਆਂ ਤੋਂ ਹੀ ਕਢਵਾ ਦਿਆ ਕਰਨਗੇ। ਕਰਹਿ ਚਾਕਰੀ ਜਹਾਂ ਪਠਾਵਹ। ਤੇ ਜਿੱਥੇ ਤੁਸੀਂ ਭੇਜੋਗੇ ਸਰਹੱਦਾਂ ਤੇ ਰਾਜਿਆਂ ਦੀਆਂ ਡਿਊਟੀਆਂ ਲਾ ਦਿਆ ਜੇ ਆਪਦੀ ਫੌਜ ਨਾਲ, ਆਪੇ ਉੱਥੇ ਜਾ ਕੇ ਪਹਿਰਾ ਦੇਣਗੇ ਤੁਹਾਡੇ ਦੇਸ਼ ਦੀ, ਸਗੋਂ ਤੁਹਾਡੀ ਰਾਖੀ ਕਰਿਆ ਕਰਨਗੇ ਰਾਜੇ। ਗੁਰੂ ਹਰਗੋਬਿੰਦ ਸਾਹਿਬ ਤੋਂ ਮਾੜਾ ਜਾ ਕਹਾ ਦਿਆ ਜੇ। ਭਈ ਸਜਾਏ ਤਿਨਹ ਕਹ ਭਾਰੀ। ਕਿਉਂਕਿ ਜਿਹੜੀ ਸਜ਼ਾ ਸੀ ਨਾ ਉਹ ਤਾਂ ਬਾਦਸ਼ਾਹ ਇਹਨਾਂ ਨੂੰ ਬੜੀ ਮਿਲ ਗਈ ਹੈ। ਬੜੇ ਸਮੇਂ ਦੇ ਇਹ ਕੈਦ ਵਿੱਚ ਹਨ। ਜੋ ਇਹਨਾਂ ਕੀਤਾ ਹੈ ਉਹਦੀ ਸਜ਼ਾ ਇਹਨਾਂ ਨੂੰ ਮਿਲ ਗਈ ਹੈ। ਪਰੇ ਰਹੇ ਦੁਖ ਕੈਦ ਮਝਾਰੀ। ਵੇਖੋ ਨਾ ਬਾਦਸ਼ਾਹ ਸਲਾਮਤ ਕਿੰਨੇ ਸਾਲਾਂ ਦੇ ਇਹ ਰਾਜੇ ਲੋਕ ਕੈਦ ਵਿੱਚ ਪਏ ਹੋਏ ਹਨ। ਛੁਟਣਗੇ ਗੁਰ ਕੇ ਉਪਕਾਰਾ। ਤੇ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪਰਉਪਕਾਰ ਇਹਨਾਂ ਤੇ, ਮਹਾਰਾਜ ਦੇ ਪਰਉਪਕਾਰ ਸਦਕਾ ਇਹ ਜਿਹੜੇ ਛੁੱਟ ਜਾਣਗੇ ਤੇ ਮਹਾਰਾਜ ਦਾ ਪਰਉਪਕਾਰ ਭੁੱਲਣਗੇ ਨਹੀਂ। ਤੇ ਵੇਖਿਆ ਜੇ ਬਾਦਸ਼ਾਹ ਜੇ ਇਹ ਵਿਗੜਨ ਵੀ ਲੱਗੇ ਤੇ ਤੁਸੀਂ ਮਹਾਰਾਜ ਨੂੰ ਬੇਨਤੀ ਕਰ ਦਿਆ ਕਰਿਆ ਜੇ। ਸਤਿਗੁਰੂ ਆਪੇ ਝਿੜਕ ਕੇ ਬਿਠਾ ਦਿਆ ਕਰਨਗੇ, ਮਹਾਰਾਜ ਤੋਂ ਬਾਹਰ ਨਹੀਂ ਜਾਣਗੇ, ਕਿਉਂਕਿ ਮਹਾਰਾਜ ਨੇ ਇਹਨਾਂ ਦੀ ਬੰਦ ਖਲਾਸੀ ਕਰਾਈ ਹੈ। ਸੁਣਤ ਸਾਹੋ ਪੁਨ ਹਿਰਦੇ ਵਿਚਾਰਾ। ਉਹ ਇਸ ਤਰ੍ਹਾਂ ਸਾਧ ਸੰਗ ਦੀ ਸੁਣ ਕੇ ਬਾਦਸ਼ਾਹ ਨੂੰ ਚੰਗੀ ਲੱਗੀ ਗੱਲ ਵਜ਼ੀਰ ਖਾਂ ਦੀ, ਤੇ ਇਹਨੇ ਫਿਰ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਜੀ ਬਾਦਸ਼ਾਹ ਨੇ ਕੀਤੀ ਆ ਵੀ ਹੈ ਤਾਂ ਇਹ ਵਜ਼ੀਰ ਖਾਂ ਦੇ ਬਚਨ ਠੀਕ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜਿਵੇਂ ਮੇਰਾ ਪ੍ਰੇਮ ਰਿਹਾ, ਤਾਂ ਜੇ ਇਹ ਕਹਿਣ ਕਰਨਗੇ ਕੋਈ ਬਗਾਵਤ ਕਰਨਗੇ ਰਾਜੇ ਤੇ ਮਹਾਰਾਜ ਨੂੰ ਬੇਨਤੀ ਕਰਦਿਆ ਕਰਾਂਗੇ ਪਾਤਸ਼ਾਹ ਵੀ ਅਸੀਂ ਛੱਡ ਦਿੱਤੇ, ਤੁਹਾਡੇ ਕਹੇ ਤੇ ਹੁਣ ਇਹਨਾਂ ਨੂੰ ਟਿਕਾ ਕੇ ਰੱਖਣਾ ਤੁਹਾਡਾ ਜ਼ਿੰਮਾ। ਤੇ ਇਸ ਤਰ੍ਹਾਂ ਸਾਰੇ ਕਾਰਜ ਸੁੱਧ ਹੋ ਜਾਣਗੇ ਤੇ ਇਹੀ ਰਾਜੇ ਮੇਰੇ ਨਾਲ ਰਹਿ ਕੇ ਮੇਰੀ ਤਾਕਤ ਬਣਨਗੇ, ਉਹਦੀਆਂ ਫੌਜਾਂ ਵੀ ਮੇਰੇ ਨਾਲ ਰਲਾਉਣਗੇ। ਤਾਂ ਫਿਰ ਇਹਨੇ ਮਨ ਵਿੱਚ ਵਿਚਾਰਿਆ, ਕਈ ਦਿਮਾਗ ਹੁੰਦੇ ਬਾਦਸ਼ਾਹ ਲੋਕਾਂ ਦੇ, ਤੋਂ ਅੱਗੇ ਪ੍ਰਸੰਗ ਆਵੇਗਾ ਕਿ ਸਾਰੇ ਨਾ ਛੱਡੀ ਅੱਧੇ ਕੁ ਰੱਖ ਲਈਏ। ਤੇ ਫਿਰ ਇਹਨੇ ਸਕੀਮ ਬਣਾਈ ਸੀ ਬਾਦਸ਼ਾਹ ਨੇ ਵੀ ਛੱਡ ਦੇਣੇ ਮਹਾਰਾਜ, ਜਿਹੜਾ ਤੁਹਾਡਾ ਪੱਲਾ ਫੜ ਕੇ ਚੋਲੇ ਦਾ ਬਾਹਰ ਆ ਜਾਏਗਾ ਉਹ ਛੱਡ ਦਿਆਂਗੇ। ਤੋ ਇਸ ਤਰ੍ਹਾਂ ਫਿਰ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਖਾਲਸਾ ਜੀ 50 ਕਲੀਆ ਚੋਲਾ ਸਵਾਇਆ ਸੀ ਸਤਿਗੁਰਾਂ ਨੇ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਉਂ ਕਲੀਆਂ ਪਕੜ ਕੇ ਜਿਵੇਂ ਉਹ ਰਾਜੇ ਬਾਹਰ ਆਏ, 2 ਰਹਿ ਗਏ, ਮਹਾਰਾਜ ਨੇ ਗਲ ਵਾਲੇ 2 ਤਣੀਆਂ ਖੋਲ੍ਹ ਕੇ ਉਹਨਾਂ ਦੋਨੋਂ ਫੜਾ ਕੇ ਵੀ ਨਾਲ ਬਾਹਰ ਲੈ ਜਾਂਦਾ ਸੀ ਸੱਚੇ ਪਾਤਸ਼ਾਹ ਜੀਆਂ। ਉਹ ਸਾਰਾ ਪ੍ਰਸੰਗ ਜਿਵੇਂ ਆਉਂਦਾ ਹੈ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂ ਪੜਾ ਸੁਣਾਂਗੇ। ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ, ਗਰੀਬ ਨਵਾਜ, ਸਭ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਛੁਟਣਗੇ ਗੁਰ ਕੇ ਉਪਕਾਰਾ, ਸੁਣਤ ਸਾਹੋ ਪੁਨ ਹਿਰਦੇ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।